ਧਨ ਧਨ ਆਉਣਾ ਉਹਨਾਂ ਦਾ। ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ, ਧਨ ਧਨ ਆਉਣਾ ਉਹਨਾਂ ਦਾ। ਆਇਆ ਤੇ ਜਗਤ ਤਰ ਜਾਵੇ, ਧਨ ਧਨ ਆਉਣਾ ਉਹਨਾਂ ਦਾ। ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ, ਧਨ ਧਨ ਆਉਣਾ ਉਹਨਾਂ ਦਾ। ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ, ਧਨ ਧਨ ਆਉਣਾ ਉਹਨਾਂ ਦਾ। ਪੂਰੀ ਆਸਾ ਜੀ ਮਨਸਾ ਮੇਰੇ RAM, ਪੂਰੀ ਆਸਾ ਜੀ ਮਨਸਾ ਮੇਰੇ RAM। ਪੂਰੀ ਆਸਾ ਜੀ ਮਨਸਾ ਮੇਰੇ RAM। ਮੋਹੇ ਨਿਰਗੁਣ ਜੀਓ ਸਭ ਗੁਣ ਤੇਰੇ RAM। ਸਭ ਗੁਣ ਤੇਰੇ ਠਾਕੁਰ ਮੇਰੇ, ਕਿਤ ਮੁਖ ਤੁਧ ਸਲਾਹੀ। ਗੁਣ ਅਵਗੁਣ ਮੇਰਾ ਕਿਛ ਨਾ ਵਿਚਾਰਿਆ, ਬਖਸ਼ ਲਿਆ ਖਿਨ ਮਾਹੀ। ਨੌ ਨਿਦ ਪਾਈ ਵਜੀ ਵਧਾਈ, ਵਾਜੇ ਅਨਹਦ ਤੂਰੇ। ਕਹੋ ਨਾਨਕ ਮੈਂ ਵਰ ਕਰ ਪਾਇਆ, ਮੇਰੇ ਲਾਥੇ ਜੀ ਸਗਲ ਵਸੂਰੇ। ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ, ਧਨ ਧਨ ਆਉਣਾ ਉਹਨਾਂ ਦਾ। ਆਇਆ ਤੇ ਜਗਤ ਤਰ ਜਾਵੇ, ਧਨ ਧਨ ਆਉਣਾ ਉਹਨਾਂ ਦਾ। ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ, ਧਨ ਧਨ ਆਉਣਾ ਉਹਨਾਂ ਦਾ। ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ, ਧਨ ਧਨ ਆਉਣਾ ਉਹਨਾਂ ਦਾ। ਧਨ ਧਨ ਆਉਣਾ ਉਹਨਾਂ ਦਾ, ਧਨ ਧਨ ਆਉਣਾ ਉਹਨਾਂ ਦਾ। ਧਨ ਧਨ ਆਉਣਾ ਉਹਨਾਂ ਦਾ, ਧਨ ਧਨ ਆਉਣਾ ਉਹਨਾਂ ਦਾ। ਧਨ ਧਨ ਆਉਣਾ ਉਹਨਾਂ ਦਾ, ਧਨ ਧਨ ਆਉਣਾ ਉਹਨਾਂ ਦਾ। ਧਨ ਧਨ ਆਉਣਾ ਉਹਨਾਂ ਦਾ, ਧਨ ਧਨ ਆਉਣਾ ਉਹਨਾਂ ਦਾ। ਆਇਆ ਤੇ ਜਗਤ ਤਰ ਜਾਵੇ, ਆਇਆ ਤੇ ਜਗਤ ਤਰ ਜਾਵੇ। ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ, ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ। ਧਨ ਧਨ ਆਉਣਾ ਉਹਨਾਂ ਦਾ, ਧਨ ਧਨ ਆਉਣਾ ਉਹਨਾਂ ਦਾ। ਧਨ ਧਨ ਆਉਣਾ ਉਹਨਾਂ ਦਾ, ਧਨ ਧਨ ਆਉਣਾ ਉਹਨਾਂ ਦਾ। ਧਨ ਧਨ ਆਉਣਾ ਉਹਨਾਂ ਦਾ, ਧਨ ਧਨ ਆਉਣਾ ਉਹਨਾਂ ਦਾ। ਧਨ ਧਨ ਆਉਣਾ ਉਹਨਾਂ ਦਾ, ਧਨ ਧਨ ਆਉਣਾ ਉਹਨਾਂ ਦਾ। ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ, ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ। ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ। ਆਇਆ ਤੇ ਜਗਤ ਤਰ ਜਾਵੇ। ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ, ਧਨ ਧਨ ਆਉਣਾ ਉਹਨਾਂ ਦਾ। ਆਇਆ ਤੇ ਜਗਤ ਤਰ ਜਾਵੇ, ਧਨ ਧਨ ਆਉਣਾ ਉਹਨਾਂ ਦਾ। ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ, ਧਨ ਧਨ ਆਉਣਾ ਉਹਨਾਂ ਦਾ। ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ, ਧਨ ਧਨ ਆਉਣਾ ਉਹਨਾਂ ਦਾ। ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ। ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ। ਸੱਚ ਮੰਗਲ ਗਾਵੋ ਤਾਂ ਪ੍ਰਭ ਪਾਵੋ, ਸੋ ਹਿਲੜਾ ਜੁਗ ਚਾਰੇ। ਆਪਣੇ ਕਰ ਆਇਆ ਥਾਨ ਸੁਹਾਇਆ, ਕਾਰਜ ਸ਼ਬਦ ਸਵਾਰੇ। ਗਿਆਨ ਮਹਾਰਸ ਨੇ ਤਰੀ ਅੰਜਨ, ਤ੍ਰੈ ਪਵਨ ਰੂਪ ਦਿਖਾਇਆ। ਸਖੀ ਮਿਲੋ ਰਸ ਮੰਗਲ ਗਾਵੋ, ਹਮ ਕਰ ਸਾਜਨ ਆਇਆ। ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ, ਧਨ ਧਨ ਆਉਣਾ ਉਹਨਾਂ ਦਾ। ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ, ਧਨ ਧਨ ਆਉਣਾ ਉਹਨਾਂ ਦਾ। ਤੇ ਜਗਤ ਤਰ ਜਾਵੇ,
ਧਨ ਧਨ ਆਉਣਾ ਉਹਨਾਂ ਦਾ ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ ਧਨ ਧਨ ਆਉਣਾ ਉਹਨਾਂ ਦਾ ਸੱਚੀਆਂ ਪ੍ਰੀਤਾਂ ਵਾਲੇ ਬਾਬਾ ਜੀ ਨੂੰ ਆਣ ਮਿਲਦੇ 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 ਸੱਚੀਆਂ ਪ੍ਰੀਤਾਂ ਵਾਲੇ 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 ਬਾਬਾ ਜੀ ਨੂੰ ਆਣ ਮਿਲਦੇ 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 ਸੱਚੀਆਂ ਪ੍ਰੀਤਾਂ ਵਾਲੇ 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 ਬਾਬਾ ਜੀ ਨੂੰ ਆਣ ਮਿਲਦੇ 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 ਸੱਚੀਆਂ ਪ੍ਰੀਤਾਂ ਵਾਲੇ 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 ਬਾਬਾ ਜੀ ਨੂੰ ਆਣ ਮਿਲਦੇ ਇੱਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਤੁਮ ਦਾਤੇ ਠਾकुर ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਜਿਹ ਬਾਇਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀ
ਨਾਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸਜਣ ਸਜਣ ਸੁਹੇਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਸਤਨਾਮ ਸ੍ਰੀ ਵਾਹਿਗੁਰੂ ਜੀ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵਾ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰ ਸੋਈ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਹਿ ਸੁਆਓ ਜਨ ਕਾ ਸੰਗ ਚਿਤ ਆਵਾ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਿਵਸਕਾਰ ਸਦਾ ਨਿਵਸਕਾਰ ਸੋ ਆਓ ਗੁਰਸਿੱਖ ਵੀਰ ਬਜ਼ੁਰਗ ਮਾਈ ਭਾਈ ਪੂਰਨਮਾਸ਼ੀ ਦੇ ਦਿਹਾੜੇ ਤੇ ਨਾਲ ਧੰਨ ਧੰਨ ਗੁਰੂ ਰਾਮਦਾਸ ਬਹੁਤ ਸੋਹਣਾ ਸਮਾਂ ਮਿਲਿਆ ਆਪਾਂ ਨੂੰ ਸਾਰਿਆਂ ਨੂੰ। ਗੁਰੂ ਰਾਮਦਾਸ ਚੌਥੇ ਪਾਤਸ਼ਾਹ ਦਾ ਅਵਤਾਰ ਦਿਹਾੜਾ ਮਨਾਉਣ ਦਾ ਸਮਾਂ ਮਿਲਿਆ ਆਪਾਂ ਨੂੰ ਸਾਰਿਆਂ ਨੂੰ। ਵੱਡੇ ਭਾਗਾਂ ਵਾਲੇ ਹਾਂ। ਸਭ ਨੂੰ ਲੱਖ ਲੱਖ ਵਧਾਈ ਹੋਵੇ। ਗੁਰੂ ਰਾਮਦਾਸ ਦਾ 2 ਦਿਨਾਂ ਨੂੰ ਅਵਤਾਰ ਦਿਹਾੜਾ ਹੈ, ਪਰ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸਾਰਿਆਂ ਨੂੰ ਵਧਾਈ ਹੋਵੇ ਗੁਰੂ ਸਾਹਿਬ ਦੇ ਅਵਤਾਰ ਦਿਹਾੜੇ ਦੀ। ਤੁਸੀਂ ਸਾਰੇ ਮਾਈ ਭਾਈ ਵੀਰ ਬਜ਼ੁਰਗ ਵੱਡੇ ਭਾਗਾਂ ਵਾਲੇ ਹੋ। ਇਹ ਸਮਾਂ ਕਰਮਾਂ ਨਾਲ ਮਿਲਦਾ। ਅਵਤਾਰਾਂ ਦੀਆਂ ਪੂਰਨਮਾਸ਼ੀਆਂ ਮਨਾਉਣ ਦਾ ਦਿਹਾੜੇ ਇਹ ਕਰਮਾਂ ਵਾਲੀਆਂ ਸੰਗਤਾਂ ਹੁੰਦੀਆਂ। ਪਿਛਲੇ ਕਰਮ ਦੁਰਲੱਭ ਹੁੰਦੇ ਉਹਨਾਂ ਦੇ, ਇਹ ਬਾਬਾ ਜੀ ਦਾ ਬਚਨ ਹੈ। ਇਸ ਕਰਕੇ ਜੇ ਆਪਾਂ ਗੁਰੂ ਸਾਹਿਬਾਂ ਦੇ ਅਵਤਾਰ ਦਿਹਾੜਿਆਂ 'ਤੇ ਆਵਾਂਗੇ, ਜਦੋਂ ਕੋਈ ਪਰਚਾ ਪਿਆ, ਵਿਪਤਾ ਪਈ, ਗੁਰੂ ਨੂੰ ਯਾਦ ਕਰਾਂਗੇ, ਗੁਰੂ ਪਹੁੰਚੇਗਾ। ਗੁਰੂ ਫਿਰ ਪਹੁੰਚਦਾ ਹੈ ਵੀ ਮੇਰਾ ਸਿੱਖ ਹੈ। ਸਿੱਖ ਦੀ ਫਿਰ ਗੁਰੂ ਲਾਜ ਰੱਖਦਾ ਹੈ। ਸਿੱਖ ਮਤ ਸਭ ਵਧ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਧ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ। ਸਤਿਗੁਰਾਂ ਜੀ ਨੇ ਅੱਜ ਕਿਰਪਾ ਕੀਤੀ, ਹੁਕਮਨਾਮਾ ਬਖਸ਼ਿਆ ਹੈ। ਤੁਮ ਦਾਤੇ ਠਾਕਰ ਪਿਰਤ ਪਾਲਕ ਨਾ ਇੱਕ ਖਸਮ ਹਮਾਰੀ। ਜਦੋਂ ਗੁਰੂ ਅਰਜਨ ਸਾਹਿਬ ਬਾਬਾ ਸ੍ਰੀ ਚੰਦ ਕੋਲੇ ਗਏ ਨਾ, ਬਾਬਾ ਸ੍ਰੀ ਚੰਦ ਦੀ ਉਮਰ ਬਹੁਤ ਹੋਈ ਹੈ, 151 ਸਾਲ ਉਮਰ ਹੋਈ ਹੈ। ਬਾਬਾ ਸ੍ਰੀ ਚੰਦ ਗੁਰੂ ਨਾਨਕ ਸਾਹਿਬ ਦੇ ਪੁੱਤਰ ਸਨ ਅਤੇ ਇਸ ਕਰਕੇ ਉਹ ਬਾਠ ਪਿੰਡ ਰਹਿੰਦੇ ਸਨ। ਨੇੜੇ ਉੱਥੇ ਪਿੰਡ ਆ, ਬਾਠ ਪਿੰਡ ਸੀ ਪਹਿਲਾਂ ਕੱਲਾ ਡੇਰਾ ਜੰਗਲ ਜਿੱਥੇ ਰਹਿੰਦੇ ਸਨ, ਪਰ ਉੱਥੇ 62 ਸਾਲ ਰਹੇ ਆ। 62 ਸਾਲ ਦੇ ਨਾਂ 'ਤੇ ਫਿਰ ਪਿੰਡ ਵਸਿਆ ਉਹਨਾਂ ਦੇ ਨਾਂ 'ਤੇ। 62 ਸਾਲ ਉੱਥੇ 62 ਪਿੰਡ ਹੈ ਜਿੱਥੇ ਉਹਨਾਂ ਦਾ ਅਸਥਾਨ ਹੈ ਅੱਜ ਵੀ
ਸ੍ਰੀ ਅੰਮ੍ਰਿਤਸਰ ਦੇ ਨੇੜੇ ਹੈ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਸਿੱਖ ਸੰਗਤਾਂ ਨੇ ਬੇਨਤੀ ਕੀਤੀ ਵੀ ਪਾਤਸ਼ਾਹ ਸਾਡੇ ਕਾਬਲ ਕੋੜ ਦੀ ਬਿਮਾਰੀ ਪੈ ਗਈ ਹੈ ਤੇ ਆਪ ਕਿਰਪਾ ਕਰੋ ਤੇ ਤੁਸੀਂ ਚੱਲੋ। ਗੁਰੂ ਜੀ ਕਹਿੰਦੇ ਅਸੀਂ ਕੋਈ ਹਕੀਮ ਨਹੀਂ ਹੈ ਵੈਦ। ਕਹਿਣ ਲੱਗੇ ਜੀ ਹਕੀਮ ਵੈਦ ਹੱਥ ਜੋੜ ਗਏ ਹੈ, ਸਭ ਕੁਛ ਮਰ ਗਿਆ, ਕੁਛ ਭੱਜ ਗਿਆ, ਤੇ ਆਪ ਕਿਰਪਾ ਕਰੋ। 9 ਬੰਦੇ ਰੋਜ਼ ਦੇ ਮਰਦੇ, ਜਿਵੇਂ ਹੁਣ ਕਰੋਨੇ ਦੀ ਬਿਮਾਰੀ ਸੀ ਨਾ, ਇਵੇਂ ਸੀ। 9 ਬੰਦੇ ਸਾਡੇ ਪਿੰਡ ਦੇ ਰੋਜ਼ ਮਰਦੇ ਆ ਵੇਖੋ, ਤੁਸੀਂ ਕਿਰਪਾ ਕਰੋ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਅਸੀਂ ਜਾ ਤਾਂ ਨਹੀਂ ਸਕਦੇ, ਤੇ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕਰ ਰਹੇ ਹਾਂ। ਹਜ਼ੂਰ ਕਹਿੰਦੇ ਅਸੀਂ 16 ਅਸ਼ਟਪਦੀਆਂ ਉਚਾਰਨ ਕਰਤੀਆਂ, 8 ਰਹਿੰਦੀਆਂ 8। ਤੁਸੀਂ ਹੁਣ ਇੱਥੇ ਰਹੋ ਸਾਡੇ ਕੋਲੇ ਤੇ ਰਹਿ ਕੇ ਸਿਮਰਨ ਕਰੋ, ਸੇਵਾ ਕਰੋ। ਅਸੀਂ ਸੁਖਮਨੀ ਸਾਹਿਬ ਦੀ ਬਾਣੀ ਸੰਪੂਰਨ ਕਰਕੇ ਨਾ ਤੁਹਾਨੂੰ ਫਿਰ ਪੋਥੀ ਦੇਵਾਂਗੇ। ਇਉਂ ਆਖਿਆ, ਪੋਥੀ ਦੇਵਾਂਗੇ ਤੇ ਫਿਰ ਜਿਹੜਾ ਪੋਥੀ ਪੜੂਗਾ ਨਾ ਉਹਦੇ ਕੋੜ ਕੱਟੇ ਜਾਣਗੇ। ਸੁਖਮਨੀ ਸਾਹਿਬ ਦੀ ਬਾਣੀ ਇਉਂ ਆਖਿਆ। ਉਹਨਾਂ ਨੇ ਆਖਿਆ ਜੀ ਵੀ ਇਹ ਤਾਂ ਬਹੁਤ ਟਾਈਮ ਲੱਗ ਜੂਗਾ, 9 ਬੰਦੇ ਰੋਜ਼ ਦੇ ਮਰਦੇ ਆ। ਗੁਰੂ ਸਾਹਿਬ ਕਹਿੰਦੇ ਅਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਮਾਣ ਕਰਕੇ ਬਚਨ ਕਰ ਦਿੰਦੇ ਆ ਵੀ ਅੱਜ ਤੋਂ ਮੁੜ ਕੇ ਕੋੜ ਦੇ ਨਾਲ ਤੁਹਾਡੇ ਪਿੰਡ 'ਚ ਕੋਈ ਮਰੂਗਾ ਨਹੀਂ। ਵੇਖੋ ਗੁਰੂ ਆਪਣਾ, ਆਪਾਂ ਟੀਕੇ ਲਾਉਨੇ ਆ ਜਾਂ ਹੋਰ ਕੁਛ ਕਰਦੇ ਆ, ਪਰ ਭਰੋਸਾ ਜਿੰਨਾ ਤੱਕਿਆ ਭਰੋਸਾ ਤੇਰੇ ਨਾਮ ਦਾ, ਬੇੜੇ ਹੋ ਗਏ ਪਾਰ ਉਹਨਾਂ ਦੇ। ਤੇ ਸਾਧ ਸੰਗਤ ਇਹ ਘਰ ਵਿੱਚ ਆਣ ਕੇ ਕੁਛ ਨਾ ਕੁਛ ਬੰਦੇ ਦਾ ਭਾਰ ਹੌਲਾ ਹੁੰਦਾ ਪਾਪਾਂ ਦਾ। ਪਾਪ ਦੇ ਨਾਲ ਹੀ ਬਿਮਾਰੀ ਲੱਗਦੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅੱਜ ਤੋਂ ਬਾਅਦ ਅਸੀਂ ਇੱਥੋਂ ਬੈਠੇ ਵਚਨ ਕਰਦੇ ਹਾਂ ਕੋਈ ਮਰੂਗਾ ਨਹੀਂ। ਇਉਂ ਵਚਨ ਕਰਤਾ। ਜਿਨ੍ਹਾਂ ਨੂੰ ਕੋੜ ਹੋਇਆ ਉਹਨਾਂ ਵਾਸਤੇ ਸਾਡੇ ਕੋਲੋਂ ਪੋਥੀ ਲੈ ਜਾਓ ਸੁਖਮਨੀ ਸਾਹਿਬ ਦੀ, ਪਰ ਕੋਈ ਦਿਨ ਰਹੋ। 8 ਅਸ਼ਟਪਦੀਆਂ ਰਹਿੰਦੀਆਂ ਉਚਾਰਨ ਕਰਨ ਵਾਲੀਆਂ। ਇਉਂ ਆਖਿਆ। ਤੇ ਗੁਰੂ ਸਾਹਿਬ ਦੇ ਅੰਗੂਠੇ ਦੇ ਉੱਤੇ ਨਾ ਇੱਕ ਨਿਸ਼ਾਨ ਸੀ ਛੋਟਾ ਜਿਹਾ ਕੋੜ ਦਾ, ਗੁਰੂ ਅਰਜਨ ਸਾਹਿਬ ਦੀ। ਉਹ ਤੁਸੀਂ ਸ਼ੰਕਿਆ ਨਾ ਕਰਿਓ ਵੀ ਕਿਵੇਂ, ਕਿਉਂ, ਕੀ ਗੱਲ ਹੋਈ। ਉਹ ਜਦੋਂ ਗੱਦੀ ਦਿੱਤੀ ਨਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਾਬਾ ਲਹਿਣਾ ਜੀ ਨੂੰ, ਉਹ ਟਾਈਮ ਤੇ ਬਾਬਾ ਸ੍ਰੀ ਚੰਦ ਨੂੰ ਵਚਨ ਕਰਤਾ ਵੀ ਤੁਸੀਂ ਖਾਲੀ ਰਹਿ ਗਏ। ਗੱਦੀ ਤੁਹਾਡੇ ਬਾਪੂ ਗੁਰੂ ਨਾਨਕ ਸਾਹਿਬ ਨੇ ਬਾਬਾ ਲਹਿਣੇ ਨੂੰ ਦੇਤੀ। ਤੇ ਕਹਿੰਦੇ ਕੀ ਗੁਰਮਰਜ਼ਾਦਾ ਕੀਤੀ ਉੱਥੇ। ਉਹ ਸੇਵਾਦਾਰ ਕਹਿਣ ਲੱਗਾ ਜੀ ਉਹਨਾਂ ਨੇ ਤਖਤਪੋਸ਼ ਵਿਛਾ ਕੇ, ਨਵੀਂ ਚਾਦਰ ਵਿਛਾ ਕੇ ਬਾਬਾ ਲਹਿਣਾ ਜੀ ਨੂੰ ਬੁਹਾਤਾ ਇਸ਼ਨਾਨ ਕਰਾ ਕੇ ਚੋਲਾ ਪਾ ਕੇ, ਤੇ ਆਪ 5 ਪਰਿਕਰਮਾ ਕੀਤੀਆਂ ਤੇ ਕਰਕੇ ਗੁਰੂ ਸਾਹਿਬਾਂ ਨੇ ਬਾਬੇ ਲਹਿਣੇ ਨੂੰ ਮੱਥਾ ਟੇਕਤਾ। ਜਦੋਂ ਆਖਿਆ ਨਾ ਮੱਥਾ ਟੇਕਤਾ, ਕਹਿੰਦੇ ਫਿਰ ਲਹਿਣਾ ਉਵੇਂ ਬੈਠਾ ਰਿਹਾ। ਕਹਿੰਦੇ ਹਾਂ ਉਵੇਂ ਬੈਠਾ ਰਿਹਾ। ਉਹ ਕਹਿੰਦੇ ਸਿੱਖ ਹੋ ਕੇ ਗੁਰੂ ਤੋਂ ਮੱਥਾ ਟਿਕਾ ਲਿਆ। ਕਹਿੰਦੇ ਉਹਦੇ ਪੈਰਾਂ ਨੂੰ ਕੋੜ ਨਾ ਹੋ ਗਿਆ। ਐਂ ਬਚਨ ਕੀਤਾ ਬਾਬਾ ਸ੍ਰੀ ਚੰਦ ਨੇ। ਤੇ ਸਾਧ ਸੰਗਤ ਉਸ ਟਾਈਮ ਤੇ ਕਈ ਬੰਦੇ ਹੁੰਦੇ ਵੀ ਇੱਧਰ ਵੀ ਗੱਲ ਕਰਨੀ ਤੇ ਉੱਧਰ ਵੀ ਕਰਨੀ। ਉਹੀ ਬੰਦੇ ਨੇ ਆਣ ਕੇ ਖੰਡੂਰ ਸਾਹਿਬ ਬਾਬਾ ਲਹਿਣਾ ਜੀ ਨੂੰ ਬਚਨ ਕਰਤਾ ਬਾਬਾ ਸ੍ਰੀ ਚੰਦ ਦੀ ਕਰੋਪੀ ਬਹੁਤ ਆ। ਤੇ ਬਾਬਾ ਸ੍ਰੀ ਚੰਦ ਐਂ ਕਹਿੰਦੇ ਉਹਦੇ ਪੈਰਾਂ ਨੂੰ ਕੋੜ ਨਾ ਹੋ ਗਿਆ। ਉਹ ਟਾਈਮ ਤੇ ਗੁਰੂ ਸਾਹਿਬ ਅੰਦਰ ਚਲੇ ਗਏ, ਅਰਦਾਸ ਕੀਤੀ ਵੀ ਗੁਰੂ ਕੀ ਹੈ, ਉਹਨਾਂ ਦੀ ਰਸਨਾ ਦੇ ਵਿੱਚ ਪਾਵਰ ਹੈ, ਉਹਨਾਂ ਦਾ ਬਚਨ ਪੂਰਾ ਹੋਣਾ ਚਾਹੀਦਾ ਹੈ।
ਮੇਰੇ ਸਰੀਰ ਨੂੰ ਕੋੜ ਹੋ ਜਾਣਾ ਚਾਹੀਦਾ ਹੈ। ਗੁਰੂ ਅੰਗਦ ਸਾਹਿਬ ਕਹਿੰਦੇ ਤੇ ਰਾਤੇ ਰਾਤ ਹੀ ਸਰੀਰ ਤੇ ਧੱਦਰੀਆਂ ਹੋ ਗਈਆਂ, ਪਿੰਡਾ ਲਾਲ ਹੋ ਗਿਆ। ਆਪਦੇ ਆਪ ਮੰਗਿਆ ਕੋੜ ਵੀ ਮੇਰੇ ਗੁਰਦੇਵ ਦੇ ਪੁੱਤਰ ਹੈ, ਵੀ ਉਹਨਾਂ ਦੀ ਰਸਨਾ ਵਿੱਚ ਤਾਕਤ ਹੋਣੀ ਚਾਹੀਦੀ ਹੈ। ਇਉਂ ਆਖਿਆ, ਸਤਿਕਾਰ ਕੀਤਾ। ਤੇ ਸਾਧ ਸੰਗਤ ਵੇਖੋ, ਜਦੋਂ ਸਵੇਰਿਓਂ ਇਸ਼ਨਾਨ ਕਰਾਉਣ ਲੱਗੇ, ਬਾਬਾ ਬੁੱਢਾ ਜੀ ਚੋਲਾ ਲਾਇਆ, ਕਹਿੰਦੇ ਜੀ ਇਹ ਕੀ ਕੌਤ ਕਰ ਲਿਆ, ਕੀ ਕੌਤਕ ਹੈ ਇਹ? ਕਹਿੰਦੇ ਗੁਰਗੱਦੀ ਦੀ ਆਸ਼ੀਰਵਾਦ ਭੇਜੀ ਹੈ ਬਾਬੇ ਸ੍ਰੀ ਚੰਦ ਨੇ। ਇਹ ਆਸ਼ੀਰਵਾਦ ਸ਼ਰਾਬ ਨਹੀਂ ਆਖਿਆ, ਕਿੰਨੀ ਨਿਮਰਤਾ। ਤੇ ਬਾਬਾ ਬੁੱਢਾ ਜੀ ਜਾਣ ਗਏ ਵੀ ਉਹਨਾਂ ਨੇ ਕੋਈ ਅਸ਼ਟਾਵਚਨ ਕਰਤਾ ਹੋ, ਤੇ ਵੀ ਇਹਨਾਂ ਨੇ ਸਿਰ ਮੱਥੇ ਤੇ ਮੰਨ ਲਿਆ। ਕਹਿੰਦੇ ਜੀ ਇੱਕ ਬੇਨਤੀ ਹੈ ਸੰਗਤਾਂ ਦੀ, ਬਈ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਾਰੀ ਦੁਨੀਆ ਨੂੰ ਜਿੱਤਿਆ, ਸਿੱਧਾਂ ਨੂੰ ਜਿੱਤਿਆ, ਗੋਰਖਨਾਥ ਨੂੰ, 84 ਸਿੱਧ ਗੋਸ਼ਟਾਂ ਨੂੰ, ਤੇ ਸਾਰੀ ਦੁਨੀਆ ਪੰਡਤਾਂ ਨੂੰ ਜਿੱਤਿਆ। ਮੁੱਲਾ ਮੁਸਲਮਾਨਾਂ ਨੂੰ ਮੱਕੇ ਗਏ, ਤੇ ਗੱਦੀ ਤੇ ਬੈਠਣ ਵਾਲੇ ਜੇ ਕੋੜ ਹੋਵੇ ਤਾਂ ਲੋਕ ਕਿਵੇਂ ਤਰਨਗੇ? ਲੋਕਾਂ ਨੇ ਨਿੰਦਿਆ ਕਰਨੀ ਗੁਰੂ ਸਾਹਿਬ ਦੀ। ਵੇਖੋ ਆਪਣੇ ਸੇਵਕ ਤੇ ਕੋੜ ਹੋ ਗਿਆ, ਇਸ ਕਰਕੇ ਵਾਸਤਾ ਪਾਇਆ, ਵਾਸਤਾ ਗੁਰੂ ਨਾਨਕ ਦਾ, ਵੀ ਇਹਨੂੰ ਵਾਪਸ ਲਵੋ। ਗੁਰੂ ਸਾਹਿਬ, ਗੁਰੂ ਅੰਗਦ ਸਾਹਿਬ ਨੇ ਅਰਦਾਸ ਕੀਤੀ ਤਾਂ ਕੋੜ ਹਟ ਗਿਆ ਸਰੀਰ ਤੋਂ, ਤੇ ਪੁਰਨਾ ਬਣਿਆ, ਇੱਕ ਗੂਠੇ ਉੱਤੇ ਰਹਿ ਜੇ। ਤੇ ਗੁਰੂ ਅੰਗਦ ਸਾਹਿਬ ਦੇ ਗੂਠੇ ਤੇ ਫਿਰ ਕੋੜ ਰੱਖਿਆ। ਜੇ ਕੋਈ ਸ਼ਾਇਦ ਪੁੱਛਦਾ ਵੀ ਸੀ ਵੀ ਇਹ ਗੂਠੇ ਤੇ ਕੀ ਹੋ ਗਿਆ, ਕਹਿੰਦੇ ਬਾਬਾ ਸ੍ਰੀ ਚੰਦ ਦੀ ਮਿਹਰ ਹੈ। ਬਾਬਾ ਸ੍ਰੀ ਚੰਦ ਆਸਣ ਲੱਗਿਆ, ਜਦੋਂ ਗੂਠੇ ਵੱਲ ਵੇਖਣਾ ਉਦੋਂ ਬਾਬਾ ਸ੍ਰੀ ਚੰਦ ਦੇ ਦਰਸ਼ਨ ਹੋ ਜਾਂਦੇ। ਇਉਂ ਆਖਿਆ। ਵੇਖੋ ਕਿੰਨੀ ਨਿਮਰਤਾ, ਫਲ ਨੀਵਾਂ ਰੁੱਖਾਂ ਨੂੰ ਲੱਗਦੇ। ਇਹ ਸਾਡੇ ਵਾਸਤੇ ਪੂਰਨੇ ਪਾਏ ਹੈ, ਪੂਰਨੇ ਪਾਏ ਹੈ। ਗੁਰੂ ਸਾਹਿਬ ਕਹਿੰਦੇ ਕਲਯੁਗ ਰਥ ਅਗਨ ਕਾ, ਬੰਦਾ ਅੱਜ ਅੱਗ ਹੈ, ਕਿਸੇ ਨੂੰ ਮਾੜੀ ਜਿਹੀ ਗੱਲ ਨਹੀਂ ਕਹਿਣ ਦਿੰਦਾ। ਗੁਰੂ 10 ਗੁਰੂਆਂ ਨੇ ਪੂਰਨੇ ਪਾਏ ਸਾਡੇ ਵਾਸਤੇ। ਇਸ ਕਰਕੇ ਸਾਧ ਸੰਗਤ, ਗੁਰੂ ਸਾਹਿਬਾਂ ਨੇ ਫਿਰ ਜਦੋਂ ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ ਗੁਰੂ ਅੰਗਦ ਸਾਹਿਬ ਦੀ, ਉਹਨਾਂ ਨੇ ਇੱਕ ਦਿਨ ਖੁਸ਼ ਹੋ ਕੇ ਕਹਿੰਦੇ, ਅਮਰਦਾਸ ਤੇਰੀ ਸੇਵਾ ਤੇ ਖੁਸ਼ ਬਹੁਤ ਅਸੀਂ, 12 ਸਾਲ ਹੋ ਗਏ ਸੇਵਾ ਕਰਦੇ ਨੇ, ਮੰਗਿਆ ਕੁਛ ਨਹੀਂ, ਅਸੀਂ ਕੁਛ ਦੇਣਾ ਮੰਗ ਲਾ। ਕਹਿੰਦੇ ਜੀ ਮੰਗ ਇਹੀ ਹੈ, ਜਿਹੜਾ ਤੁਹਾਡੇ ਗੂਠੇ ਦੇ ਉੱਤੇ ਨਿਸ਼ਾਨ ਆ ਨਾ ਕੋੜ ਦਾ, ਇਹ ਕਿਰਪਾ ਕਰਕੇ ਮੇਰੇ ਗੂਠੇ ਤੇ ਹੋ ਜੇ, ਤੇ ਮੈਨੂੰ ਮੇਰੀ ਝੋਲੀ ਇਹ ਦਾਤ ਪਾ ਦਿਓ। ਤੇ ਵਚਨ ਕੀ ਕੀਤਾ? ਕਹਿੰਦੇ ਚੰਗਾ। ਸੰਗਤਾਂ ਨੂੰ ਆਖਿਆ ਇਸ਼ਨਾਨ ਕਰਾ ਕੇ ਲਿਆਓ। ਅਮਰਦਾਸ ਪਾਤਸ਼ਾਹ ਇਸ਼ਨਾਨ ਕਰਾ ਕੇ ਚੋਲਾ ਪਾ ਕੇ ਜਦੋਂ ਗੱਦੀ ਤੇ ਬੈਠੇ ਨਾ, ਤੇ ਉਸ ਟਾਈਮ ਤੇ ਗੁਰੂ ਅੰਗਦ ਸਾਹਿਬ ਦੇ ਗੂਠੇ ਤੋਂ ਹਟ ਗਿਆ, ਤੇ ਅਮਰਦਾਸ ਪਾਤਸ਼ਾਹ ਗੁਰੂ ਜੀ ਦੇ ਗੂਠੇ ਤੇ ਹੋ ਗਿਆ। ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਜੋਤੀ ਜੋ ਜੋ ਸਮਾਏ। तो इयों फिर साध संगत फिर गुरु रामदास पातशाह ने भी यही मंग मंगी अमरदास पातशाह तो भी मेरे गूठे ते हो जाना चाहिए। फिर उवें ही रहा, इवें मंग मंगी गुरु अर्जन साहब ने। वो तां फिर गुरु अर्जन साहब के गूठे उत्ते सी ते किसी का फुरना बनया भी कहते सुखनी की बाणी उचारण करनी है तो कोड़ हट जू। जिहदे आपदे गूठे ते होवे वो हटा सकदा। उत्थे गुरु साहब ने सुखनी की बाणी नूं रोकता, कहते चलो इहदा इलाज करिए। बाबा श्री चंद कोले चलीए। कीर्तन करते हुए तुर के बाठ पिंड गए। गुरु अर्जन साहब
ਬਾਬਾ ਸ੍ਰੀ ਚੰਦ ਥੜੇ ਤੇ ਬੈਠੇ ਸੀ, ਖੱਲ ਵਿਛਾਈ ਸੀ ਸ਼ੇਰ ਦੀ, ਤੇ ਬਰਾਗਣ ਮਸਤ ਬੈਠੇ ਸੀ, ਮਸਤ। ਸੇਵਾਦਾਰਾਂ ਨੇ ਆਖਿਆ ਜੀ ਸ੍ਰੀ ਅੰਮ੍ਰਿਤਸਰ ਤੋਂ ਗੁਰੂ ਅਰਜਨ ਸਾਹਿਬ ਆਏ ਆ। ਉਹਨਾਂ ਨੇ ਅਣਸੁਣਿਆ ਵਚਨ ਕਰਤਾ, ਨੇਤਰ ਖੋਲ੍ਹੇ ਹੀ ਨਾ। ਗੁਰੂ ਅਰਜਨ ਸਾਹਿਬ ਥੜੇ ਤੇ ਚੜ੍ਹ ਗਏ, ਚੜ੍ਹ ਕੇ ਨੇੜੇ ਹੋ ਕੇ ਚਰਨ ਫੜ ਲਏ ਬਾਬਾ ਸ੍ਰੀ ਚੰਦ ਦੇ। ਚਰਨ ਫੜ ਕੇ ਮੱਥਾ ਟੇਕਿਆ ਤੇ ਨੇਤਰ ਖੋਲ੍ਹੇ ਬਾਬਾ ਸ੍ਰੀ ਚੰਦ ਨੇ। ਬਾਬਾ ਸ੍ਰੀ ਚੰਦ ਨੇ ਵੇਖ ਕੇ ਗੁਰੂ ਅਰਜਨ ਸਾਹਿਬ ਨੂੰ ਤੇ ਖੁਸ਼ਕ ਵਚਨ ਕੀਤਾ। ਕੀ ਕਹਿੰਦੇ? ਕਹਿੰਦੇ ਅਰਜਨ ਐਡਾ ਵੱਡਾ ਦਾੜਾ ਵਧਾਇਆ। ਕੀ ਆਖਿਆ? ਸਾਡੇ ਵਾਸਤੇ ਵੇਲੋ ਪੂਰਨੇ ਪੈਂਦੇ ਨਿਮਰਤਾ ਦੇ। ਕਹਿੰਦੇ ਮੈਂ ਤਾਂ ਕੰਗਾਲ ਜਿਹਾ ਸੀ, ਤੁਹਾਡੇ ਬਾਪੂ ਗੁਰੂ ਨਾਨਕ ਦੀ ਗੱਦੀ ਦੇ ਚਰਨੀ ਲੱਗ ਕੇ ਸਿੱਖੀ ਦੀ ਦਾਤ ਮਿਲੀ ਹੈ, ਦਾੜਾ ਵਧਾਇਆ ਤੁਹਾਡੇ ਚਰਨ ਝਾੜਨ ਵਾਸਤੇ। ਕਿਹਾ ਨਹੀਂ, ਦਾੜਾ ਫੜ ਕੇ ਨਾ ਬਾਬਾ ਸ੍ਰੀ ਚੰਦ ਦੇ ਚਰਨ ਝਾੜਨ ਲੱਗ ਗਏ ਗੁਰੂ ਅਰਜਨ ਸਾਹਿਬ। ਤੇ ਬਾਬਾ ਸ੍ਰੀ ਚੰਦ ਦੇ ਨੇਤਰਾਂ 'ਤੇ ਜਲ ਆਇਆ। ਬਾਬਾ ਜੀ ਕਹਿਣ ਲੱਗੇ, ਉਦੋਂ ਆਖਿਆ, ਕਹਿੰਦੇ ਗੁਰੂ ਅਰਜਨ ਸਾਹਿਬ ਜੀ ਕੀ ਆਖਿਆ? ਕਹਿੰਦੇ ਆਹਾ ਗੁਣ ਨਿਮਰਤਾ ਵਾਲਾ ਸਾਡੇ ਵਿੱਚ ਨਾ ਆਇਆ, ਤਾਈਓ ਤੁਸੀਂ ਸਾਡੇ ਬਾਪੂ ਜੀ ਦੀ ਗੁਰਗੱਦੀ ਦੇ ਮਾਲਕ ਬਣੇ ਬੈਠੇ ਆ। ਆਹਾ ਗੁਣ ਸਾਡੇ ਵਿੱਚ ਨਾ ਆਇਆ, ਅਸੀਂ ਤੁਹਾਡਾ ਇਮਤਿਹਾਨ ਕੀਤਾ ਸੀਗਾ। ਕਹਿੰਦੇ ਆਹੀ ਸਵਾਨ ਕਹਿੰਦੇ ਗੁਰੂ ਨਾਨਕ ਸਾਹਿਬ ਦਾ, ਸਾਡੇ ਪਿਤਾ ਜੀ ਦਾ, ਨਿਮਰਤਾ ਦਾ ਇਹੀ ਸੁਭਾਅ ਬਾਬੇ ਲੈਣੇ ਦਾ ਸੀ, ਤਾਂ ਉਹ ਗੱਦੀ ਲੈ ਗਿਆ। ਸਾਡਾ ਸੁਭਾਅ ਖਰਬਾ ਹੈ, ਇਉਂ ਆਖਿਆ, ਤੇ ਤਾਂ ਹੀ ਅਸੀਂ ਗੱਦੀ ਨਹੀਂ ਲੈ ਸਕੇ, ਇਉਂ ਆਖਿਆ। ਤੇ ਸਾਧ ਸੰਗਤ ਬਚਨ ਕੀਤਾ। ਤੇ ਉਹ ਟਾਈਮ ਤੇ ਫਿਰ ਸੁੱਖ ਸਾਂਦ ਸਾਰੀ ਪੁੱਛ ਕੇ ਗੁਰੂ ਅਰਜਨ ਸਾਹਿਬ ਨੂੰ ਆਸਣ ਲਾਇਆ, ਲਾ ਕੇ ਮੱਥਾ ਟੇਕਿਆ। ਬਾਬਾ ਸ੍ਰੀ ਚੰਦ ਨੇ ਮੱਥਾ ਟੇਕ ਕੇ ਕਹਿੰਦੇ ਅੱਜ ਕਿਵੇਂ ਦਰਸ਼ਨ ਦਿੱਤੇ? ਗੁਰੂ ਜੀ ਕਿਵੇਂ ਆਏ ਹੋ? ਧੰਨ ਭਾਗ ਹੈ। ਕਹਿੰਦੇ ਕਾਬਲ ਦੀ ਸੰਗਤ ਆਈ ਸੀ, ਕੋੜ ਦੀ ਬਿਮਾਰੀ ਹੈ, ਸੁਖਮਨੀ ਸਾਹਿਬ ਦੀ ਬਾਣੀ ਚਾਰਨ ਕਰ ਰਹੇ ਹਾਂ, 8 ਅਸ਼ਟਪਦੀਆਂ ਰਹਿੰਦੀਆਂ, ਤੇ ਤੁਸੀਂ ਕਿਰਪਾ ਕਰਕੇ ਇਦੂਗਾ ਬਾਣੀ ਚਾਰਨ ਕਰ ਦਿਓ, ਕਿਰਪਾ ਕਰੋ ਬਾਣੀ ਚਾਰਨ ਕਰ ਦਿਓ, ਤੇ ਜਿਹੜਾ ਬਾਣੀ ਪੜ੍ਹੇ ਉਹਦੇ ਕੋੜ ਹਟ ਜਾਣ। ਬਾਬਾ ਸ੍ਰੀ ਚੰਦ ਕਹਿੰਦੇ ਜਿਹੜੀ ਗੁਰਬਾਣੀ ਹੈ ਨਾ, ਇਹ ਗੁਰੂ ਦੀ ਰਸਨਾ ਚੋਂ ਨਿਕਲੇ ਤਾਂ ਗੁਰਬਾਣੀ ਹੈ। ਗੁਰਬਾਣੀ ਤਾਂ ਆਖਿਆ ਵੀ ਗੁਰੂ ਦੀ ਬਾਣੀ ਹੈ, ਵੀ ਸਾਡੇ ਕੋਲ ਹੈ ਨਹੀਂ ਗੱਦੀ, ਤੇ ਇਸ ਕਰਕੇ ਨਾ ਵੀ ਅਸੀਂ ਉਚਾਰਨ ਕਰ ਨਹੀਂ ਸਕਦੇ, ਕਰ ਸਕਦੇ। ਤੇ ਆਖਿਆ ਇੱਕ ਸ਼ਲੋਕ ਉਚਾਰਨ ਕਰ ਦਿਓ। ਫਿਰ ਬਾਬਾ ਸ੍ਰੀ ਚੰਦ ਨੇ ਇੱਕ ਸ਼ਲੋਕ ਉਚਾਰਨ ਕੀਤਾ, ਆਦਿ ਸੱਚ ਜਗਾਦ ਸੱਚ ਹੈ ਭੇ ਸੱਚ। ਕਈ ਭੀ ਕਹਿ ਦਿੰਦੇ, ਉਹ ਨਹੀਂ ਕਹਿਣਾ, ਉਹ ਬਦਲਤੀਆਂ ਸਿਹਾਰੀਆਂ। ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਇਉਂ ਪਹਿਲੀ ਪੌੜੀ ਦੇ ਵਿੱਚ ਲਿਖਿਆ ਆਦਿ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਵੇਂ ਉਹਦਾ ਭੇਦ ਪਾਤਾ, ਭੇਦ ਰੱਖਤਾ। ਤੇ ਸਾਧ ਸੰਗਤ ਇੱਕ ਸ਼ਲੋਕ ਬਾਬਾ ਸ੍ਰੀ ਚੰਦ ਨੇ ਉਚਾਰਨ ਕਰਕੇ ਕਹਿੰਦੇ ਅਰਜਨ ਦੇਵ ਜਿਹੜੀ ਬਾਣੀ ਤੁਸੀਂ ਹੁਣ ਉਚਾਰਨ ਕਰੋਗੇ ਨਾ, ਜਿਹੜਾ ਬਾਣੀ ਪੜ੍ਹੇਗਾ ਉਹਦੇ ਸਾਰੇ ਮਨੋਰਥ ਪੂਰੇ ਹੋ ਜਾ ਕਰਨਗੇ, ਤੇ ਉਹਦਾ ਕੋੜ ਕੱਟਿਆ ਜਾਊਗਾ। ਬਾਬਾ ਸ੍ਰੀ ਚੰਦ ਨੇ ਬਚਨ ਕਰਤਾ। ਫਿਰ ਗੁਰੂ ਅਰਜਨ ਸਾਹਿਬ ਨੇ ਬਚਨ ਕੀਤਾ ਵੀ ਤੁਸੀਂ ਕਿਹਾ ਵੀ ਗੁਰਗੱਦੀ 'ਤੇ ਬੈਠੇ ਆ। ਗੁਰੂ ਅਰਜਨ ਸਾਹਿਬ ਕਹਿੰਦੇ ਅਸੀਂ ਗੱਦੀ 'ਤੇ ਬੈਠੇ ਨਹੀਂ, ਅਸੀਂ ਤਾਂ ਗੁਰੂ ਨਾਨਕ ਦੀ ਗੁਰਗੱਦੀ ਦੇ ਗੋਲੇ ਆ, ਇਉਂ ਆਖਿਆ। ਕਹਿੰਦੇ ਨਹੀਂ ਕੋਈ ਸ਼ੱਕ ਆ,
ਤੁਸੀਂ ਪੰਜਵੀਂ ਗੱਦੀ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਹੋ। ਗੁਰੂ ਅਰਜਨ ਸਾਹਿਬ ਕਹਿੰਦੇ ਗੱਦੀ ਤੇ ਤਾਂ ਗੁਰੂ ਨਾਨਕ ਹੀ ਬੈਠਾ ਹੈ, ਵੀ ਮੈਂ ਤਾਂ ਗੁਰੂ ਨਾਨਕ ਦੇ ਘਰ ਦਾ ਗੋਲਾ ਹਾਂ। ਉੱਥੇ ਫਿਰ ਸ਼ਬਦ ਉਚਾਰਨ ਕੀਤਾ, ਜਿਹੜਾ ਹੁਕਮਨਾਮਾ ਹੋਣਾ ਹੈ ਨਾ, ਇਹ ਬਾਬਾ ਸ੍ਰੀ ਚੰਦ ਕੋਲੇ ਬਾਠ ਪਿੰਡ ਗੁਰੂ ਅਰਜਨ ਸਾਹਿਬ ਨੇ ਉਚਾਰਨ ਕੀਤਾ। ਬਾਬਾ ਸ੍ਰੀ ਚੰਦ ਨੂੰ ਕਹਿੰਦੇ ਤੁਮ ਦਾਤੇ ਠਾਕਰ ਪਿਰਤ ਪਾਲਕ, ਨਾ ਇੱਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪਿਰਤ ਪਾਲੋ, ਹਮ ਬਾਰਕ। ਗੁਰੂ ਅਰਜਨ ਸਾਹਿਬ ਆਪ ਨੂੰ ਕਹਿੰਦੇ ਹਮ ਬਾਰਕ ਤੁਮਰੇ ਧਾਰੇ, ਜਿਹਵਾ ਏਕ। ਬਾਬਾ ਸ੍ਰੀ ਚੰਦ ਮੇਰੀ ਜੀਵ ਇੱਕ ਹੈ, ਕਵਣ ਗੁਣ ਕਹੀਐ, ਤੇਰੇ ਕਿਹੜੇ ਕਿਹੜੇ ਗੁਣ ਗਾਵਾਂ। ਕਵਣ ਗੁਣ ਕਹੀਐ ਬੇਸਮਾਰ, ਬੇਅੰਤ ਸੁਆਮੀ, ਤੇਰੋ ਅੰਤ ਨ ਕਨਹੁ ਲਈਐ, ਕੋਟ ਅਪਰਾਧ ਹਮਾਰੇ ਖੰਡੋ। ਇਉਂ ਆਖਿਆ ਗੁਰੂ ਅਰਜਨ ਸਾਹਿਬ ਸਾਡੇ ਵਾਸਤੇ ਪੂਰ ਨਾ ਪਾਉਂਦੇ ਐ। ਸ਼ਬਦ ਦੇ ਵਿੱਚ ਨਿਮਰਤਾ ਇੰਨੀ ਹੈ, ਕੋਟ ਅਪਰਾਧ। ਗੁਰੂ ਅਰਜਨ ਸਾਹਿਬ ਕਹਿੰਦੇ ਕਿਤੇ ਅਪਰਾਧੀ ਹੋਣਗੇ ਗੁਰੂ ਜੀ, ਸਾਡੇ ਵਾਸਤੇ ਆਪਾਂ ਹੈ। ਕੋਟ ਅਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ। ਬਾਬਾ ਸ੍ਰੀ ਚੰਦ ਨੂੰ ਕਹਿੰਦੇ ਹਮ ਅਗਿਆਨ, ਅਗਿਆਨੀ ਪੁਰਖਾਂ, ਕਿਰਪਾ ਕਰੋ। ਹਾਵ ਅਗਿਆਨ ਅਲਪ ਮਤ ਥੋੜੀ, ਮਤ ਛੋਟੀ ਹੈ, ਅਲਪ ਮਤ ਛੋਟੀ। ਇਉਂ ਆ ਕੇ ਆਪਣਾ ਬਿਰਧ ਰਖਾਵੋ। ਤੁਮਰੀ ਸਰਨ, ਬਾਠ ਪਿੰਡ ਆਇਆ ਸ੍ਰੀ ਅੰਮ੍ਰਿਤਸਰ ਤੋਂ ਚੱਲ ਕੇ, ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ, ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ। ਮੈਂ ਗੱਦੀ ਤੇ ਨਹੀਂ ਬੈਠਾ, ਮੈਂ ਗੁਰੂ ਨਾਨਕ ਦੇ ਘਰ ਦਾ ਗੋਲਾ ਹਾਂ। ਗੁਰੂ ਅਰਜਨ ਸਾਹਿਬ ਨੇ ਉਦੋਂ ਇਹ ਸ਼ਬਦ ਉਚਾਰਨ ਕੀਤਾ ਜੋ ਅੱਜ ਹੁਕਮਨਾਮਾ ਬਖਸ਼ਿਆ ਆਪਾਂ ਸਾਰਿਆਂ ਨੂੰ। ਇਹ ਗੱਦੀ ਗੋਲੇ ਦੀ ਹੈ, ਜਿਹੜਾ ਗੋਲਾ ਬਣ ਕੇ ਸੇਵਾ ਕਰਦਾ ਹੈ। ਕੱਲ੍ਹ ਵੀ ਵਚਨ ਕੀਤਾ ਸੀ, ਗੁਰੂ ਰਾਮਦਾਸ ਨੇ ਗੋਲਾ ਬਣ ਕੇ ਸੇਵਾ ਕੀਤੀ। ਮਿਲੋ 25 ਸਾਲ ਸੇਵਾ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਤੇ 5 ਸਾਲ ਸੇਵਾ ਕੀਤੀ ਪਹਿਲਾਂ। 15 ਸਾਲ ਦੀ ਉਮਰ ਸੀ ਉਦੋਂ। 20-21 ਸਾਲ ਦੀ ਉਮਰ ਜਦੋਂ ਹੋ ਗਈ ਨਾ, ਤੇ ਸੇਵਾ ਬਹੁਤ ਸੀ। ਸੇਵਾ ਇੱਕ ਸੇਵਾ ਬਹੁਤ ਸੀ, ਇੱਕ ਟਿਕਦੇ ਨਹੀਂ ਸੀ। ਇੱਕ ਜਲ ਪਾਣੀ ਰੁੱਖਾ ਮਿੱਸਾ ਛਕ ਲਿਆ, ਰੁੱਖਾ ਮਿੱਸਾ। ਇੱਕ ਗੁਰੂ ਸਾਹਿਬ ਤੋਂ ਦੂਰ ਨਹੀਂ ਸੀ ਜਾਂਦੇ, ਦੂਰ। ਇੱਕ ਮਿੱਠਾ ਬੋਲਦੇ ਸੀ, ਹੱਸਦੇ ਰਹਿੰਦੇ ਸੀ, ਹੱਸਦੇ ਰਹਿੰਦੇ ਸੀ, ਤੇ ਸਰੀਰ ਦੇ ਬਹੁਤ ਸੁੰਦਰ ਸੀ ਗੁਰੂ ਰਾਮਦਾਸ ਰਾਮਾ ਜੀ। ਤੇ ਇੱਕ ਦਿਨ ਮਾਤਾ ਜੀ ਕਹਿਣ ਲੱਗੇ ਤੀਸਰੇ ਪਾਤਸ਼ਾਹ ਨੂੰ, ਤੀਸਰੇ ਪਾਤਸ਼ਾਹ ਦੇ ਮਹਿਲ, ਵੀ ਆਪਣੀ ਭਾਨੀ ਪਿੱਛੇ ਕੋਈ ਵਰ ਵੇਖੀਏ, ਕੋਈ ਬੱਚਾ ਵੇਖੀਏ, ਵਿਆਹ ਕਰੀਏ। ਗੁਰੂ ਜੀ ਕਹਿੰਦੇ ਹਾਂ ਕਰਨਾ ਚਾਹੀਦਾ ਵਿਆਹ। ਤੇ ਪਤਾ ਲਓ ਫਿਰ 2 ਪੰਡਤ ਸੱਦ ਲਏ ਤੇ 2 ਰਾਜੇ ਸੱਦ ਲਏ, ਨਾਈ ਸਿੱਖ, 2 ਮਰਾਸੀ। ਇਹ ਅੱਗੇ ਵੇਖਣ ਜਾਂਦੇ ਹੁੰਦੇ ਸੀ, ਆਪ ਨਹੀਂ ਸੀ ਵੇਖਣ ਜਾਂਦਾ ਪਿਓ। ਤੇ ਉਹ ਟਾਈਮ ਤੇ ਪੰਡਤਾਂ ਨੂੰ ਗੁੜ ਖਵਾਤਾ, ਖੰਮਣੀ ਬੰਨਤੀ, ਤਿਆਰੀ ਕਰਤੀ, ਦੀਵਾਨ ਸਜਿਆ ਸੀ। ਤੇ ਕੋਲੇ ਖੜੇ ਰਾਮਾ ਜੀ ਦੀਵਾਨ ਵਿੱਚ। ਤੇ ਉਹ ਟਾਈਮ ਤੇ ਮਾਤਾ ਜੀ ਆਏ, ਤੇ ਉਹ ਟਾਈਮ ਤੇ ਪੰਡਤਾਂ ਨੇ ਬੇਨਤੀ ਕੀਤੀ, ਜੀ ਆਪ ਦੱਸੋ ਵੀ ਕਿਹੋ ਜਿਹਾ ਚਾਹੀਦਾ, ਕੋਈ ਦੁਕਾਨਦਾਰ ਚਾਹੀਦਾ ਜਾਂ ਖੇਤੀ ਵਾਲਾ ਚਾਹੀਦਾ ਜਾਂ ਵਪਾਰੀ ਚਾਹੀਦਾ। ਉਹੋ ਜਿਹਾ ਅਸੀਂ ਬੱਚਾ ਵੇਖੀਏ। ਮਾਤਾ ਜੀ ਭਾਨੀ ਲੜਕੀ ਤੀਸਰੇ ਪਾਤਸ਼ਾਹ ਦੀ। ਤੀਸਰੇ ਪਾਤਸ਼ਾਹ ਤਾਂ ਚੁੱਪ ਹੀ ਸੀ। ਗੁਰੂ ਕੇ ਮਹਿਲ ਮਾਤਾ ਜੀ ਬੋਲੇ ਸੁਲੱਖਣੀ ਜੀ, ਕਹਿੰਦੇ ਆਪਣੇ ਕੋਲ ਇੱਥੇ ਰਾਮਾ ਰਹਿੰਦਾ ਨਾ, ਅਸੂੰ ਅਸੂੰ ਕਰਦਾ,
ਬਹੁਤ ਸੇਵਾ ਕਰਦਾ, ਟਿਕਦਾ ਨਹੀਂ ਹੈ, ਬਹੁਤ ਜ਼ਿਆਦਾ ਸੇਵਾ ਕਰਦਾ। ਵਡਿਆਈ ਕੀਤੀ ਤੇ ਸੁੰਦਰ ਬਹੁਤ ਹੈ, ਸੋਹਣਾ। ਕਹਿੰਦੇ ਕੋਈ ਰਾਮੇ ਵਰਗਾ ਵੇਖਿਓ ਵੀ ਸੁਭਾਅ ਚੰਗਾ ਹੋਵੇ। ਤੀਸਰੇ ਪਾਤਸ਼ਾਹ ਬੋਲੇ, ਕਹਿੰਦੇ ਭਲੀਏ ਲੋਕਣੇ, ਰਾਮੇ ਵਰਗਾ ਤਾਂ ਦੋ ਲੋਕਾਂ ਵਿੱਚ ਵੀ ਹੈ ਨਹੀਂਗਾ। ਦੋ ਲੋਕਾਂ ਵਿੱਚ ਹੈ ਨਹੀਂ। ਪਹਿਲਾਂ ਪਤਾ ਸੀ ਗੁਰੂ ਸਾਹਿਬ ਨੂੰ, ਤੇ 25 ਸਾਲ ਰਹੇ, ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਚੌਥੇ ਪਾਤਸ਼ਾਹ ਹੈ। ਗੁਰੂ ਘਰ ਵਿੱਚ ਗੋਇੰਦਵਾਲ ਸਾਹਿਬ 25 ਸਾਲ ਸੇਵਾ ਕੀਤੀ। ਉਦੋਂ 20 ਸਾਲ ਦੀ ਸੇਵਾ ਸੀ ਉਮਰ, ਜਦੋਂ ਇਹ ਬਚਨ ਹੋਏ ਹੈ। ਤੇ ਮਾਤਾ ਜੀ ਕਹਿੰਦੇ ਜੇ ਇਹਦੇ ਵਰਗਾ ਕੋਈ ਨਹੀਂ ਹੈ ਤਾਂ ਜਾਣ ਦੀ ਲੋੜ ਵੀ ਹੈ ਨਹੀਂ, ਵੀ ਘਰੇ ਹੀ ਕਰ ਦਿਓ। ਉਹ ਟਾਈਮ 'ਤੇ ਫਿਰ ਮਾਤਾ ਜੀ ਭਾਨੀ ਦਾ ਵਿਆਹ ਫਿਰ ਰਾਮਾ ਜੀ ਦੇ ਨਾਲ ਕਰਤਾ। ਬਚਨ ਪਹਿਲਾਂ ਕੀਤਾ ਸੀ ਵੀ ਜਦੋਂ ਚੂਨਾ ਪੀਠਾ ਉਹ ਤੋਂ ਆਖਿਆ ਸੀ ਤੂੰ ਪੈ ਜਾਂਦਾ, ਰਾਤ ਦਾ ਟਾਈਮ ਹੈ ਤੇ ਮਿਸਤਰੀ ਪੈ ਗਏ ਆ, ਮਜ਼ਦੂਰ ਪੈ ਗਏ ਆ, ਸਾਰੇ ਪੈ ਗਏ ਆ। ਕਹਿਣ ਲੱਗੇ ਜੋ ਮਿਸਤਰੀ ਸੀ, ਮਜ਼ਦੂਰ ਸੀ, ਸੰਗਤ ਸੀ, ਫਿਰ ਇਉਂ ਦੱਸ ਤੂੰ ਕਿਉਂ ਨਹੀਂ ਪੈਂਦਾ? ਰਾਮਦਾਸ ਜੀ ਕਹਿੰਦੇ ਗੁਰੂ ਤੀਸਰੇ ਪਾਤਸ਼ਾਹ ਨੂੰ, ਕਹਿੰਦੇ ਮੈਂ ਤੁਹਾਡੇ ਘਰ ਦਾ ਗੋਲਾ, ਮੈਂ ਤਾਂ ਨਹੀਂ ਪੈਂਦਾ। ਬੁੱਕੜ ਵਿੱਚ ਲੈ ਕੇ ਕਹਿੰਦੇ ਰਾਮਾ, ਜਿਹੜੇ ਗੋਲੇ ਬਣ ਕੇ ਸੇਵਾ ਕਰਦੇ ਮਾਲਕ ਵੀ ਉਹੀ ਬਣਦੇ ਆ। ਇਉਂ ਬਚਨ ਕੀਤਾ। ਇੱਥੇ ਤਨਖਾਹ ਦੀ ਗੱਲ ਨਹੀਂ, ਇਸ ਘਰ ਵਿੱਚ ਗੋਲੇ ਉਹੀ ਬਣਦੇ ਆ, ਮਾਲਕ ਉਹ ਬਣ ਜਾਂਦੇ ਆ। ਇਉਂ ਬਚਨ ਕੀਤਾ। ਤੇ ਸਾਧ ਸੰਗਤ ਉੱਥੇ ਜਦੋਂ ਸਮਾਂ ਹੋਇਆ ਤੇ ਫਿਰ ਵਿਆਹ ਕਰਤਾ। ਵਿਆਹ ਕਰੇ ਤੋਂ ਬਾਅਦ ਫਿਰ ਉਵੇਂ ਹੀ ਰਹੇ। ਇਹ ਨਹੀਂ ਵੀ ਮੈਂ ਜਵਾਈ ਆ, ਮੰਜੇ ਤਾਂ ਨਹੀਂ ਬੈਠੇ, ਪੁੰਜੇ ਹੀ ਬੈਠੇ ਸੰਗਤ ਵਿੱਚ, 30 ਹੱਥ 30 ਪ੍ਰਸ਼ਾਦਾ ਪਾਣੀ ਛਕਿਆ। ਉਵੇਂ ਹੀ ਰਹੇ, ਸੇਵਾ ਉਵੇਂ ਹੀ ਕਰਦੇ ਰਹੇ। ਵਿਆਹ ਹੋ ਗਿਆ। ਇਉਂ ਨਹੀਂ ਵੀ ਮੈਂ ਜਵਾਈ ਆ ਨਾ। ਉਹ ਗੁਰੂ ਸਾਹਿਬ ਚੌਥੇ ਪਾਤਸ਼ਾਹ ਦੇ ਪਿੰਡ ਦੀ ਸੰਗਤ, ਲਾਹੌਰ ਦੀ, ਤਾਏ ਚਾਚੇ ਹੋਰ ਸਾਰੇ ਕਹਿੰਦੇ ਚਲੋ ਮੁੰਡੇ ਨੂੰ ਮਿਲਣ ਚੱਲੀਏ। ਆਪਾਂ ਉਸ ਘਰ ਦਾ ਜਵਾਈ ਹੈ। ਲਾਹੌਰ ਤੋਂ ਤੁਰ ਪਏ। ਸਿਆਲ ਦੀ ਰੁੱਤ ਸੀ ਤੇ ਰਾਮਾ ਜੀ ਦਾ ਇੱਕ ਕੰਮ ਸੀਗਾ ਗੁਰੂ ਰਾਮਦਾਸ ਦਾ, 2 ਕਿੱਲਿਆਂ ਦਾ ਬਗਲਾ ਅੰਦਰ। ਉਹ ਟਾਈਮ 'ਤੇ ਗੁਰੂ ਤੀਸਰੇ ਪਾਤਸ਼ਾਹ ਦੀ ਦਰਬਾਰ ਦਾ ਇੱਕ ਪਾਸੇ ਲੱਗ ਜਾਣਾ ਝਾੜੂ ਮਾਰਨ 2 ਵਜੇ ਰਾਤ ਦੇ। ਝਾੜੂ ਮਾਰ ਕੇ ਤੇ ਟੋਕਰਾ ਭਰ ਕੇ ਆਪ ਸਿਰ 'ਤੇ ਸਿੱਟ ਕੇ ਆਉਣਾ ਬਾਹਰ। ਇਹ ਸਾਧ ਸੰਗਤ 20 ਸਾਲ ਸੇਵਾ ਰੱਖੀ ਅੰਮ੍ਰਿਤ ਵੇਲੇ ਦੀ ਗੁਰੂ ਰਾਮਦਾਸ ਪਾਤਸ਼ਾਹ ਦੀ। ਤੇ ਰਿਸ਼ਤੇਦਾਰ ਆਏ, ਰਾਤ ਦਾ ਟਾਈਮ ਸੀ, ਧੁੰਦ ਸੀ, ਤੇ ਰਾਮਾ ਜੀ ਉੱਧਰੋਂ ਆ ਰਹੇ ਸੀ। ਪਤਾ ਲੱਗੇ ਨਾ ਦਰਬਾਰ ਦਾ ਕਿੱਥੇ ਹੈ। ਤੇ ਉਹ ਟਾਈਮ 'ਤੇ ਅੰਮ੍ਰਿਤ ਦਾ ਵੇਲਾ ਸੀ। ਜਦੋਂ ਸਿਰ 'ਤੇ ਟੋਕਰਾ ਸੀ ਨਾ, ਕਹਿੰਦੇ ਐਸ ਨੂੰ ਪੁੱਛ ਲਓ ਅੱਜ ਇਹਦੇ ਸਿਰ 'ਤੇ ਕੂੜੇ ਦਾ ਟੋਕਰਾ ਹੈ। ਉਹਨੂੰ ਪੁੱਛਿਆ ਵੀ ਅਸੀਂ ਲਾਹੌਰ ਤੋਂ ਆਏ ਹਾਂ ਤੇ ਸਾਡਾ ਮੁੰਡਾ ਇੱਥੇ ਰਹਿੰਦਾ, ਇਸ ਘਰ ਦਾ ਜਵਾਈ ਹੈ, ਤੇ ਅਸੀਂ ਉਹਨੂੰ ਮਿਲਣ ਆਏ ਹਾਂ। ਇਹ ਕਿੱਥੇ ਕਾ ਦਰਬਾਰ ਤੀਸਰੇ ਪਾਤਸ਼ਾਹ ਦਾ, ਤੇ ਸੀ ਗੁਰੂ ਰਾਮਦਾਸ ਰਾਮਾ ਜੀ ਹੋਈ। ਰਾਮਾ ਜੀ ਕਹਿੰਦੇ ਜਵਾਈ ਜੂਈ ਤਾਂ ਇੱਥੇ ਕੋਈ ਨਹੀਂ ਹੈ। ਕਹਿੰਦੇ ਗੋਲਾ ਹੈਗਾ। ਜਦ ਵੇਖ ਕੇ ਵਿਚਾਰ ਕਰਕੇ ਮੂੰਹ ਤੋਂ ਪਤਾ ਲੱਗਿਆ ਨੇੜੇ ਹੋ ਕੇ, ਕਹਿੰਦੇ ਤੂੰ? ਕਹਿੰਦੇ ਹਾਂ ਮੈਂ। ਕਹਿੰਦੇ ਤੇਰੇ ਸਿਰ 'ਤੇ ਟੋਕਰਾ ਚੱਕਿਆ ਕੂੜੇ ਦਾ। ਕਹਿੰਦੇ ਤੂੰ ਤਾਂ ਸੋਡੀਆਂ ਦੀ ਕੀਤੀ ਕਰਾਈ ਖੂਜ ਪਾਤੀ।
ਤੂੰ ਮੌਜ ਨਾਲ ਮੰਜੇ ਤੇ ਬੈਠਣਾ ਸੀ, ਤੂੰ ਜਵਾਈ ਸੀ। ਅਸੀਂ ਤਾਂ ਆਖੇ ਜਰਾਬਾਂ ਪਾਈਆਂ ਮੰਜੇ ਤੇ ਬੈਠਾ ਹੋਊ, ਮੰਜੇ ਤੇ। ਰਾਮਾ ਜੀ ਕਹਿੰਦੇ ਘਬਰਾਓ ਨਾ, ਇੱਕ ਗੱਲ ਸੁਣੋ ਵੀ ਟੋਕਰੀ ਕਿਸੇ ਆਮ ਬੰਦੇ ਦੀ ਨਹੀਂ ਹੈ, ਸਹੁਰਿਆਂ ਦੀ ਟੋਕਰੀ ਨਹੀਂ ਹੈ, ਇਹ ਸਤਿਗੁਰ ਨਾਨਕ ਦੇ ਗੁਰਗੱਦੀ ਦੇ ਘਰ ਦੀ ਟੋਕਰੀ ਹੈ ਜਿਹੜੀ ਚੱਕੀ ਹੋਈ ਹੈ। ਇਸ ਕਰਕੇ ਮੈਂ ਗੁਰੂ ਨਾਨਕ ਦੇ ਘਰ ਦਾ ਗੋਲਾ ਹਾਂ, ਮੈਂ ਕੋਈ ਜਵਾਈ ਜੁਆਈ ਨਹੀਂ ਹੈ। ਇਉਂ ਵਚਨ ਕੀਤਾ ਤੇ ਗੁੱਸੇ ਹੋ ਕੇ ਨਾ ਪਿੱਛੇ ਹੀ ਮੁੜ ਗਏ, ਗਏ ਨਹੀਂ ਗਏ। ਕਹਿੰਦੇ ਤੂੰ ਸੋਢੀਆਂ ਦੀ ਕੀਤੀ ਹੋਈ, ਕਹਿੰਦੇ ਖੂਜ ਪਾਤੀ। ਹਾਂ ਤੂੰ ਸਿਆਣਾ ਬਣ ਕੇ ਇੱਥੇ ਰਹਿਣਾ ਸੀ, ਇਹ ਤੂੰ ਤਾਂ ਉਵੇਂ ਲਿਬੜਿਆ ਤਿਬੜਿਆ ਪਿਆ, ਇਉਂ ਆਖਿਆ। ਉੱਥੋਂ ਗੁੱਸੇ ਹੋ ਕੇ ਮੁੜ ਗਏ। ਸਮਾਂ ਪੈਂਦਾ ਗਿਆ, ਜਦੋਂ ਸਮਾਂ ਪੈ ਗਿਆ ਤੇ ਚੌਥੇ ਪਾਤਸ਼ਾਹ ਨੂੰ ਗੁਰਗੱਦੀ ਮਿਲੀ ਨਾ, ਚੌਥੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਉਹ ਟਾਈਮ ਤੇ ਕਾਬਲ ਦੀਆਂ ਸੰਗਤਾਂ ਨੇ ਚੋਲਾ ਲਿਆਂਦਾ ਤੇ ਚੋਲਾ ਸੁਨਹਿਰੀ ਸੀਗਾ, ਤਿੱਲੇ ਦੀਆਂ ਤਾਰਾਂ ਦਾ ਕੱਢਿਆ ਹੋਇਆ, ਤੇ ਉਹ ਚੋਲਾ ਪਾਇਆ। ਤੇ ਨਾਲ ਲਾਹੌਰ ਦੀ ਸੰਗਤ ਨੇ ਬੇਨਤੀ ਕਰਤੀ, ਰਿਸ਼ਤੇਦਾਰ ਕੋਈ ਨਹੀਂ ਸੀ, ਗੁੱਸੇ ਸੀਗੇ, ਤਾਏ ਚਾਚੇ ਹੋਰ। ਸੰਗਤਾਂ ਨੇ ਬੇਨਤੀ ਕੀਤੀ ਕਿਤੇ ਲਾਹੌਰ ਆਓ, ਛੇਤੀ ਦਰਸ਼ਨ ਦਿਓ। ਤੇ ਸਤਿਗੁਰਾਂ ਨੇ ਦਿਨ ਦੇਤਾ ਵੀ ਅਸੀਂ ਆ ਰਹੇ ਹਾਂ, ਆ ਰਹੇ ਹਾਂ। ਲਾਹੌਰ ਦੀਆਂ ਸੰਗਤਾਂ ਨੇ ਬੱਗੀ ਤਿਆਰ ਕੀਤੀ ਤੇ ਸਾਧ ਸੰਤ ਬੱਗੀ ਘੋੜੀ ਤਿਆਰ ਕੀਤੀ, ਗੱਡੀ, ਤੇ ਫਿਰ ਲੈਣ ਵਾਸਤੇ ਆਏ। ਗੁਰੂ ਰਾਮਦਾਸ ਪਾਤਸ਼ਾਹ ਜੀ ਉੱਤੇ ਛਤਰ ਝੁੱਲਦਾ ਸੀ, ਛਤਰ ਚੌਰ ਹੋ ਰਿਹਾ ਸੀ, ਤੇ ਨਾਲ ਬੇਅੰਤ ਸੰਗਤਾਂ ਸੀ। 6 ਫੁੱਟ ਰੱਬ ਧਰਤੀ ਤੇ ਉਤਰਿਆ, ਕਾਲਾ ਸ਼ਾਹ ਦਾੜਾ, ਮੋਟੇ ਸੋਨੇ ਨੇਤਰ, ਤੇ ਡੁੱਲ ਡੁੱਲ ਪੈਂਦਾ ਨੂਰ। ਤੇ ਸਤਿਗੁਰ ਜੀ ਉੱਤਰ ਖੜੇ, ਸਤਿਕਾਰ ਕਰਦੇ ਹੋਏ। ਸਾਡੀ ਜਨਮ ਭੂਮੀ ਹੈ ਤੇ ਸ਼ਹਿਰ ਵੀ ਦੀ ਜਾਂਦੇ ਆ, ਜਿੱਥੇ ਆਪਦੇ ਘਰ ਸੀ ਨਾ ਤਾਇਆ ਚਾਚਿਆਂ ਮਾਮਿਆਂ ਦੇ, ਉਹਨਾਂ ਨੇ ਵੇਖਿਆ। ਜਦੋਂ ਵੇਖ ਕੇ ਤੇ ਅੱਖਾਂ 'ਚੋਂ ਪਾਣੀ ਆਇਆ। ਕਹਿੰਦੇ ਭੁੱਲ ਹੋ ਗਈ, ਅਸੀਂ ਮੁੜ ਗਏ ਸੀ, ਗਲਤੀ ਕਰ ਬੈਠੇ। ਕਹਿੰਦੇ ਸਾਨੂੰ ਪਤਾ ਨਹੀਂ ਸੀ ਤੂੰ ਕਿਹੜੇ ਪੌੜੀ ਦੇ ਟੰਬੇ ਨੂੰ ਹੱਥ ਪਾ ਰਿਹਾ। ਤੇ ਉਹ ਰਿਸ਼ਤੇਦਾਰਾਂ ਨੇ ਮਾਫੀ ਮੰਗੀ। ਜਦੋਂ ਮੱਥਾ ਟੇਕਦੇ ਕਹਿੰਦੇ ਮੈਂ ਤਾਂ ਉਹੀ ਹਾਂ ਜਿਹਦੇ ਸਿਰ ਤੇ ਟੋਕਰੀ ਸੀ, ਮੈਨੂੰ ਮੱਥਾ ਨਾ ਟੇਕੋ। ਕਹਿੰਦੇ ਨਹੀਂ, ਉਹ ਨਹੀਂ ਹੈ, ਤੂੰ ਚੌਥਾ ਪਾਤਸ਼ਾਹ ਹੈ। ਰਿਸ਼ਤੇਦਾਰਾਂ ਨੇ ਵੀ ਲੰਮੇ ਪੈ ਪੈ ਮੱਥੇ ਟੇਕੇ। ਜਾਣੀ ਕਮਾਈ ਤਾਂ ਕਮਾਈ ਹੈ। ਹੁਣ ਆਪਾਂ ਨੂੰ ਸਮਾਂ ਮਿਲਿਆ ਹੈ, ਗੁਰ ਸੇਵਾ ਤੇ ਭਗਤ ਕਮਾਈ। ਕੋਈ ਇਸ ਘਰ ਦੀ ਕਮਾਈ ਕਰਕੇ ਵੇਖੋ, ਸੇਵਾ ਕਰਕੇ ਵੇਖੋ ਸੱਚੇ ਇਰਾਦੇ ਨਾਲ। ਗੁਰ ਸੇਵਾ ਤੇ ਭਗਤ ਕਮਾਈ, ਤਾਬੇ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਾ ਦੇਵ, ਸੋ ਦੇਹੀ ਭਜਨ ਹਰ ਕੀ ਸੇਵ। ਇਹ ਦੇਹੀ ਨਾ ਭਜਨ ਵਾਸਤੇ ਭੇਜੀ ਹੈ, ਸੇਵਾ ਕਰਨ ਵਾਸਤੇ ਭੇਜੀ ਹੈ। ਬੰਦਾ ਐਵੇਂ ਕਲਪਨਾ ਵਿੱਚ ਪੈ ਗਿਆ, ਮਾਇਆ ਵਿੱਚ ਪੈ ਗਿਆ, ਧਰਤੀ ਖਰੀਦਣ ਤੇ ਪੈ ਗਿਆ। ਇਸ ਕਰਕੇ ਸਾਧ ਸੰਗਤ ਮਾਇਆ ਜੋੜਨ ਤੇ ਬਹਿ ਗਿਆ ਬੰਦਾ। ਇਹਨੂੰ ਪਤਾ ਨਹੀਂ ਬੰਦਾ ਭੋਲਾ ਹੈ, ਇਹਦੇ ਨਾਲ ਧੋਖਾ ਹੋ ਰਿਹਾ ਹੈ। ਇਹ ਤੋਂ ਚੱਕਣ ਵਾਲੀ ਕੋਈ ਵੀ ਚੀਜ਼ ਨਹੀਂ ਹੈ। ਹਜ਼ੂਰ ਕਹਿੰਦੇ ਆ ਛੱਡ ਦੇ ਚੋਰੀ ਠੱਗੀ। ਜਦੋਂ ਗੁਰੂ ਸਾਹਿਬ ਸੱਜਣ ਠੱਗ ਕੋਲੇ ਗਏ ਆ, ਉਦੋਂ ਉਸ ਨੂੰ ਆਖਿਆ ਛੱਡ ਦੇ ਚੋਰੀ ਠੱਗੀ, ਆਖਰ ਤੂੰ ਪਛਤਾਵੇਂਗਾ। ਧਰਮ ਰਾਏ ਜਬ ਲੇਖਾ ਮੰਗਾ, ਕਿਹੜਾ ਮੁਖ ਲੈ ਕੇ ਜਾਵੇਂਗਾ। ਧੀਆਂ ਪੁੱਤਰ, ਸੱਜਣ ਠੱਗ ਨਾਲ ਗੱਲ ਕਰਦੇ ਗੁਰੂ ਸਾਹਿਬ। ਕਹਿੰਦੇ ਤੇਰੀਆਂ ਧੀਆਂ ਤੇਰੇ ਪੁੱਤਰ ਤੇਰੇ ਨਾਲ ਨਹੀਂ ਜਾਣੇ, ਅੰਤ ਮੌਕੇ ਰੋਵੇਂ ਤੇ ਕਰ ਲਾਵੇਂਗਾ। ਦੌਲਤ ਮਾਇਆ
ਇਹ ਤੇਰੇ ਨਾਲ ਨਹੀਂ ਜਾਣੀ, ਇਉਂ ਆਖਿਆ। ਦੌਲਤ ਪੁੱਤਰ ਨੂੰ ਵੀ ਆਖਿਆ, ਮਾਇਆ ਹੀ ਹੈ ਸਾਰੀ ਇਹ, ਦੌਲਤ ਤੇਰੇ ਨਾਲ ਨਹੀਂ ਜਾਣੀ। ਤੇ ਸਤਿਗੁਰ ਸੱਜਣ ਠਾਕੁਰ ਨੂੰ ਕਹਿੰਦੇ ਨੰਗੇ ਪੈਰੀ ਜਾਵੇਂਗਾ। ਕਹਿੰਦੇ ਨੰਗੇ ਪੈਰੀ ਆਇਆ ਸੀ ਦੁਨੀਆ ਤੇ ਕਹਿੰਦੇ ਅੰਤ ਮੌਕੇ ਤੇਰੇ ਪੈਰਾਂ ਵਿੱਚ ਜੋੜਾ ਵੀ ਨਹੀਂ ਹੋਣਾ, ਨੰਗੇ ਪੈਰੀ ਜਾਵੇਂਗਾ। ਹਾਂ, ਐਸਾ ਗਿਆਨ ਦਿੱਤਾ, ਸੱਟ ਮਾਰੀ ਭੂਮੀਏ ਚੋਰ ਨੂੰ, ਆਖਿਆ ਧਰਮ ਰਾਏ ਜਦ ਲੇਖਾ ਮੰਗੈ, ਇੰਨੀ ਠੱਗੀਆਂ ਮਾਰਦਾ, ਕਿਹੜਾ ਮੁੱਖ ਲੈ ਕੇ ਜਾਵੇਂਗਾ। ਇਉਂ ਬਚਨ ਕੀਤਾ ਤੇ ਸਾਸ ਲੰਮਾ ਪੈ ਗਿਆ। ਸੱਜਣ ਠੱਗ ਜਾਣੀ ਗੁਰੂ ਸਾਹਿਬ ਕਹਿੰਦੇ ਧੀਆਂ ਪੁੱਤਰ ਇਹ ਆਪਣੇ ਵਾਸਤੇ ਹੈ, ਬਚਨ ਜਿਹੜੇ ਆ ਨਾਲ ਨਹੀਂ ਜਾਣੇ। ਭੂਮੀਆਂ ਚੋਰ ਸੱਜਣ ਠੱਗ, ਇਉਂ ਗੁਰੂ ਸਾਹਿਬ ਨੇ ਉੱਥੇ ਬਚਨ ਕੀਤੇ। ਤੇ ਗੁਰੂ ਜੀ ਕਹਿੰਦੇ ਆਹ ਸਮਾਂ ਹੈ ਬੰਦਗੀ ਕਰਨ ਦਾ, ਤੇ ਦਰਗਾਹ ਵਿੱਚ ਜਾ ਕੇ ਸੁਖ ਪਾਵੇਂਗਾ। ਇਹ ਸਮਾਂ ਮਿਲਿਆ ਆਪਾਂ ਸਾਰਿਆਂ ਨੂੰ, ਇਸ ਕਰਕੇ ਇਹ ਦੁਆਨਾ ਵਿੱਚ ਗਿਆਨ ਤਾਂ ਦਿੱਤਾ ਜਾਂਦਾ। ਇਹ ਸਿੱਖੀ ਦਾ ਸਕੂਲ ਹੈ, ਇੱਥੇ ਬੈਠੇ ਆਪਾਂ ਜਿੱਥੇ, ਆਪਾਂ ਸਿੱਖੀ ਦੇ ਸਕੂਲ ਵਿੱਚੋਂ ਸਿੱਖੀ ਦਾ ਸਬਕ ਲੈਣ ਵਾਸਤੇ ਆਏ ਹਾਂ। ਆਪਾਂ ਗੁਰੂ ਦਾ ਗਿਆਨ ਲੈਣ ਆਏ ਹਾਂ ਵੀ ਤਾਂ ਆਪਾਂ ਅੰਤ ਮੌਕੇ ਗੁਰੂ ਕੋਲੇ ਪਹੁੰਚੀਏ, ਕਿਤੇ 84 ਲੱਖ ਜੂਨ 'ਚ ਨਾ ਪੈ ਜਾਈਏ, ਕਿਤੇ ਭੂਤ ਪ੍ਰੇਤ ਨਾ ਬਣ ਜਾਈਏ, ਕਿਤੇ ਭੜਕਦੇ ਨਾ ਰਹੀਏ। ਕਈ ਬੰਦਿਆਂ ਦੇ ਜਨਮ ਹੁੰਦੇ ਆ ਪਰ ਕਰਮ ਨਹੀਂ ਹੁੰਦੇ, ਕਰਮ ਨਹੀਂ ਹੁੰਦੇ ਹੈ। ਇਸ ਕਰਕੇ ਕਈਆਂ ਦੇ ਐਸੇ ਕਰਮ ਹੁੰਦੇ ਆ। ਪਿੱਛੇ ਜੇ ਦਿੱਲੀ ਗਏ ਸੀ ਤੇ ਉਹ ਨਾਂਗਾ ਬੰਦ ਸੀਗਾ ਉਦੋਂ, ਹੁਣ ਵੀ ਹੈ ਉੱਥੇ ਜ਼ਿਮੀਂਦਾਰ ਗੁਰਮ ਪਿਆਰੇ ਬੈਠੇ ਆ। ਇੱਧਰ ਦੀ ਸਾਨੂੰ ਲੈ ਕੇ ਗਏ ਯੂਪੀ ਵਾਲੇ ਪਾਸੇ ਦੀ ਠਾੜ ਵਿੱਚ, ਉੱਥੇ ਬੁਰਾ ਹਾਲ ਤੇ ਮੁਸ਼ਕ ਤੇ ਛੱਪੜ ਤੇ ਦੱਬ, ਉੱਥੇ ਕੁੱਲੀਆਂ ਪਾਈਆਂ ਵੀਆਂ ਲੋਕਾਂ ਦੀਆਂ, ਤੇ ਸਾਧ ਸੰਗਤ ਬਸ ਉੱਥੇ ਕੋਈ ਦੁਕਾਨ ਕੋ ਕੁਛ ਨਹੀਂ। ਯੂਪੀ ਨਹਾਉਣ ਨੂੰ ਕੋਈ ਪਾਣੀ, ਛੱਪੜ 'ਚ ਹੀ ਨਹਾਈ ਜਾਣ, ਉੱਥੇ ਗੰਦੇ ਪਾਣੀ 'ਚ ਹੀ ਨਹਾਈ ਜਾਣ। ਬੰਬੇ ਜਦੋਂ ਗਏ ਆ ਤੇ ਪੁਲ ਲੰਘਣ ਲੱਗੇ ਉਹ ਤੇ ਉੱਥੇ ਜਮਨਾ ਦਾ, ਤੇ ਕਹਿੰਦੇ ਸ਼ੀਸ਼ੇ ਬੰਦ ਕਰ ਲਓ ਬੱਸ ਦੇ। ਸ਼ੀਸ਼ੇ ਬੰਦ ਕਰਦਿਆਂ ਹੀ ਤੇ ਬੱਸ ਵਿੱਚ ਮੁਸ਼ਕ ਆਇਆ। ਜੇ ਲੰਘਦੇ ਸੀ ਪੁਲ ਤੋਂ ਦੀ, ਤੇ ਜਦੋਂ ਅਸੀਂ ਲੰਘਦੇ ਸੀ ਉੱਥੇ ਗਟਰਾਂ ਦੇ ਪਾਣੀ ਦੀ ਧਾਰ ਪੈਂਦੀ ਸੀ, ਇੱਧਰੋਂ ਵੀ ਇੱਧਰੋਂ ਵੀ। ਤੇ ਉਹ ਜਿਹੜੀ ਧਾਰ ਸੀ ਨਾ ਝੱਗ ਵਾਲਾ ਗੰਦਾ ਪਾਣੀ, ਆਪਾਂ ਨੂੰ ਮੁਸ਼ਕ ਲੱਗੇ, ਪਰ ਉੱਥੇ ਗਰੀਬ ਲੋਕ ਨਹਾਈ ਜਾਂਦੇ ਸੀ ਉਸ ਪਾਣੀ ਨੂੰ। ਤੇ 10 ਦਾ ਫੁਰਨਾ ਬਣਿਆ, ਵੇਖੋ ਕਰਮ ਇਹਨਾਂ ਦਾ। ਮਨੁੱਖਾ ਦੀ ਤਾਂ ਮਿਲ ਗਈ, ਪਰ ਜਿਹੜਾ ਧਾਰ ਪੈਂਦੀ ਹੈ ਪਿੰਡ ਦਾ, ਸ਼ਹਿਰ ਦਾ, ਬੰਬੇ ਦਾ ਪਾਣੀ ਸਾਰਾ ਗੰਦਾ ਗਟਰਾਂ ਵਾਲਾ, ਉਹਦੇ ਥੱਲੇ ਉਹ ਨਹਾਈ ਜਾਣ। ਵੇਖੋ ਇਹ ਵੀ ਜੂਨ ਹੈ ਬੰਦੇ ਦੀ। ਤੇ ਅੱਜ ਆਪਣੇ ਵਾਸਤੇ 100 ਫੁੱਟ ਤੋਂ ਧਾਰ ਪੈਂਦੀ, ਪ੍ਰੈਸ਼ਰ ਪਾਣੀ ਦੀ, ਅੱਗੇ ਪਾਣੀ ਪਿੱਛੇ ਖੂਹ 'ਤੇ ਖੜ੍ਹੇ ਰਹਿਣਾ, ਕਈ ਬੰਦਿਆਂ ਨੇ ਬੈਠੇ ਰਹਿਣਾ। ਲੈਣ ਲੱਗੀ ਹੁੰਦੀ ਸੀ ਨਹਾਉਣ ਨੂੰ ਤੜਕਿਓਂ, ਤੇ ਕਈਆਂ ਨੇ ਲੇਟ ਹੋ ਜਾਣਾ। ਇਸ ਕਰਕੇ ਸਾਧ ਸੰਗਤ ਅੱਜ ਬਹੁਤ ਕੁਛ ਦੇਤਾ, ਕੋਈ ਚੀਜ਼ ਕਮੀ ਨਹੀਂ ਹੈ, ਤੇ ਸਭ ਚੀਜ਼ ਵੱਧ ਗਈ ਹੈ, ਇੱਕ ਚੀਜ਼ ਘਟ ਗਈ ਹੈ। ਸਾਡਾ ਅੰਮ੍ਰਿਤ ਵੇਲੇ ਦਾ ਉੱਠਣਾ ਤੇ ਨਿਤਨੇਮ ਤੇ ਗੁਰੂ ਗ੍ਰੰਥ ਸਾਹਿਬ ਤੇ ਭਾਵਨਾ ਘਟ ਗਈ ਹੈ। ਇਹ ਕਿਉਂ ਘਟ ਗਈ ਹੈ ਤੇ ਵੱਧ ਕੀ ਗਿਆ? ਫਿਰ ਪਰਮੇਸ਼ਰ ਤੇ ਭੁੱਲ ਗਏ ਲੋਕ। ਮਹਾਂਪੁਰਖ ਯਾਦ ਕਰਾਉਣ ਆਉਂਦੇ ਆ, ਹੋਰ ਨਹੀਂ ਕੋਈ ਯਾਦ ਕਰਾਉਂਦਾ। ਉਹ ਵੀ ਜਿਸ ਮਹਾਂਪੁਰਖ ਦੀ ਡਿਊਟੀ ਹੈ ਉਹੀ ਯਾਦ ਕਰਾਉਂਦਾ। ਜਿਹਦੀ ਡਿਊਟੀ ਨਹੀਂ ਉਹ ਨਹੀਂ ਕਹਿੰਦਾ। ਉਹ ਕਹਿੰਦਾ ਹਾਂ ਤੇਰਾ ਵਿਆਹ ਹੋਇਆ, ਹਾਂ ਕੈਨੇਡਾ ਜਾਣਾ, ਜਾਂ ਐਂ ਕਰਨਾ, ਮੈਂ ਤੇਰਾ ਪਾਸਪੋਰਟ ਬਣਵਾ ਦਿੰਦਾ, ਮੈਂ ਫੋਨ ਕਰ ਦਿੰਦਾ ਫਲਾਣੇ ਅਫਸਰ ਨੂੰ। ਉਹ ਇੱਥੋਂ ਤੱਕ ਹੀ ਖੜ੍ਹੇ ਆ। ਜਿਹੜੇ ਕਮਾਈ ਵਾਲੇ ਧੁਰੋਂ ਆਉਂਦੇ ਮਹਾਂਪੁਰਖ,
ਉਹ ਰੱਬੀ ਗੱਲ ਕਰਦੇ ਹੈ, ਉਹ ਰੱਬ ਨਾਲ ਜੁੜੇ, ਰੱਬ ਦੇ ਸੁਨੇਹੇ ਦਿੰਦੇ ਆਣ ਕੇ। ਇਸ ਕਰਕੇ ਸਾਧ ਸੰਗਤ ਵੇਖੋ, ਉਹ ਵੀ ਜੂਨ ਹੈ ਬੰਦਿਆਂ ਦੀ, ਜਿਹੜੇ ਗਟਰ ਵਾਲੇ ਪਾਣੀ ਦੇ ਨਾਲ ਹੀ ਨਹਾਈ ਜਾਂਦੇ, ਉੱਥੇ ਬੈਠੇ ਰੋੜਿਆਂ ਦੇ ਵਿੱਚ, ਬੱਟਿਆਂ 'ਚ, ਮੁਸ਼ਕ ਆਉਂਦਾ ਹੈ। ਇੱਕ ਕਹਿੰਦੇ ਸ਼ੀਸ਼ੇ ਬੰਦ ਕਰ ਲਓ, ਮੁਸ਼ਕ ਬਹੁਤ ਹੈ ਇੱਥੇ। ਤੇ ਵੇਖੋ ਕਿੱਡੀ ਵੱਡੀ ਗੱਲ ਹੈ, ਸ਼ੀਸ਼ੇ ਬੰਦ ਕਰਦਿਆਂ ਕਰਦੇ ਮੁਸ਼ਕ ਆਉਣ ਲੱਗ ਗਿਆ। ਉਹਨਾਂ ਨੂੰ ਕੋਈ ਨਹੀਂ ਆਉਂਦਾ, ਕਿਉਂ ਮਗਜ ਮਾਰਿਆ। ਉਹ 84 ਲੱਖ ਜੂਨ ਬਾਅਦ ਨਾ, 84 ਲੱਖ ਜੂਨ ਬਾਅਦ ਇੱਕ ਮਨੁੱਖਾ ਦੇਹੀ ਮਿਲਦੀ ਹੁੰਦੀ ਹੈ, ਉਹਨਾਂ ਨੂੰ ਮਨੁੱਖਾ ਦੇਹੀ ਮਿਲੀ ਹੈ 84 ਲੱਖ ਜੂਨ ਬਾਅਦ। 84 ਲੱਖ ਦਾ ਜਿਹੜਾ ਸੁਭਾਅ ਨਾ ਪਸ਼ੂਆਂ ਡੰਗਰਾਂ ਵਾਲਾ ਹੁੰਦਾ, ਕਈ ਬੰਦਿਆਂ ਦਾ ਇਹੋ ਜਿਹਾ ਸੁਭਾਅ ਹੁੰਦਾ, ਉਹਨਾਂ ਦੇ ਬੱਸ ਦੀ ਗੱਲ ਨਹੀਂ। ਉਹਨਾਂ ਜਿਹੜਾ ਸੁਭਾਅ ਨਾ ਪਸ਼ੂਆਂ ਵਾਲਾ, ਪਿਛਲਾ ਅੱਧੀ ਆਦਤ ਬੰਦੇ ਦੀ ਪਿਛਲੇ ਜਨਮ ਦੀ ਵਰਤੀ ਜਾਂਦੀ ਇੱਥੇ, ਅੱਧਾ ਸੁਭਾਅ ਬੰਦਾ ਪਿਛਲੇ ਜਨਮ ਦਾ ਵਰਤਦਾ। ਕਈ ਆਪਾਂ ਬੱਚਿਆਂ ਨੂੰ ਛੋਟੇ ਛੋਟੇ ਨੂੰ ਕਹਿੰਦੇ ਬੜਾ ਗੁਰਮੁਖਾ ਹੈ, ਬੜਾ ਸਿਆਣਾ, ਬੜਾ ਅੰਮ੍ਰਿਤ ਵੇਲੇ ਉੱਠਦਾ, ਪਾਠ ਜਾਂਦਾ, ਕਰਦਾ, ਗੁਰਦੁਆਰੇ ਜਾਂਦਾ, ਨਿਤਨੇਮ ਕਰਦਾ, ਛੋਟਾ ਜਿਹਾ ਬੱਚਾ ਆਪਾਂ ਇਉਂ ਸੰਗਤ ਕਰਦਾ। ਉਹ ਪਿਛਲੇ ਜਨਮ ਦੀ ਆਪਾਂ ਕਹਿੰਦੇ ਪਿੱਛੇ ਤੋਂ ਹੀ ਆ ਰਿਹਾ। ਤਾਂ ਆਪਾਂ ਕਹਿੰਦੇ ਤਾਂ ਭਗਤੀ ਹੈ, ਪਿਛਲੀ ਕਮਾਈ ਹੈ। ਅੱਧੀ ਆਦਤ ਬੰਦਾ ਪਿਛਲੇ ਜਨਮ ਦੀ ਵਰਤਦਾ, ਤੇ ਕਿਉਂ ਸੁਭਾਅ ਪੱਕਾ ਆਤਮਾ ਦਾ ਬਣਿਆ ਹੁੰਦਾ। ਹੁਣ ਆਪਾਂ ਨੂੰ ਸਮਾਂ ਮਿਲਿਆ ਹੋਇਆ ਹੈ, ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਤੇ ਉੱਥੇ ਲਾਹੌਰ ਦੀ ਸੰਗਤ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਕੁਛ ਦਿਨ ਰਹੋ, ਦੀਵਾਨ ਲਾਓ। ਸੰਗਤਾਂ ਨੇ ਆਖਿਆ, ਗੁਰੂ ਸਾਹਿਬ ਕਹਿੰਦੇ ਅਸੀਂ ਵੀ ਸਾਂਝੀ ਜਗ੍ਹਾ 'ਤੇ ਰਹਿ ਸਕਦੇ ਹਾਂ। ਉੱਥੇ ਫਿਰ ਸੰਗਤਾਂ ਨੇ ਨਾ ਦਵਾ ਦਵ ਦਿਨ ਰਾਤ ਕਰਕੇ ਰਾਤੇ ਰਾਤ ਧਰਮਸ਼ਾਲਾ ਬਣਾ ਦਿੱਤੀ। ਉਹ ਧਰਮਸ਼ਾਲਾ ਵਿੱਚ ਸੱਚੇ ਪਾਤਸ਼ਾਹ ਜੀ ਰਹੇ, ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਸੀਗਾ, ਉੱਥੇ ਉਹ ਹੁਣ ਵੀ ਹੈ। ਸਤਿਗੁਰ ਜੀ ਕਈ ਦਿਨ ਰਹੇ ਤੇ ਦੀਵਾਨ ਲੱਗੇ, ਸੇਵਾ ਕੀਤੀ। ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਸਾਹਿਬ ਨੇ ਬਹੁਤ ਦਾਤਾਂ ਦਿੱਤੀਆਂ, ਦਾਤਾ ਬਣ ਗਿਆ, ਦਾਤਾ ਦੇਣ ਵਾਲਾ। ਗੁਰੂ ਸਾਹਿਬ ਸੇਵਾ ਕਰਕੇ ਆਪਣੇ ਮਾਲਕ ਦੀ ਸੇਵਾ ਕੀਤੀ, ਪਰ ਸੇਵਾ ਕਰਨੀ ਉਹ ਹੈ ਚੰਗੀ ਜਿਸ ਪਰ ਸਤਿਗੁਰੂ ਦਿਆਲ ਅਖੁੱਟ ਖਜ਼ਾਨਾ ਬਖਸ਼ ਦੇਣ, ਕਰ ਦੇਣ ਨਜ਼ਰੀ ਨਜ਼ਰ ਨਿਹਾਲ। ਇਸ ਤਰ੍ਹਾਂ ਸੇਵਾ ਕੀਤੀ। ਤੇ ਸਾਸਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨਾਨਕ ਸਾਹਿਬ ਰਾਜ ਦੇ ਸੀ, ਜਿਹੜੇ ਸੰਗੀ ਸੀ ਨਾ ਝੋਲੜਾਂ ਦੇ, ਉਹਨਾਂ ਨੇ ਬੇਨਤੀ ਕਰਤੀ, ਬਾਬਾ ਜੀ ਮੀਂਹ ਨਹੀਂ ਪੈਂਦਾ ਤੇ ਕਿਰਪਾ ਕਰੋ, ਤੁਹਾਡੀ ਜਨਮ ਭੂਮੀ ਹੈ, ਤਪਦੀ ਬਹੁਤ ਹੈ, ਫਸਲਾਂ ਮੱਚ ਰਹੀਆਂ, ਤੇ ਕਿਰਪਾ ਕਰੋ। ਬਾਬਾ ਈਸ਼ਰ ਸਿੰਘ ਕਹਿੰਦੇ ਐਂ ਕਰੋ ਵੀ ਪਿੰਡ ਗੁਰਦੁਆਰੇ ਅਖੰਡ ਪਾਠ ਰੱਖ ਲਓ। ਬੇਨਤੀ ਕਰਤੀ ਜੀ, ਪਾਠੀ ਵੀ ਦਿਓ, ਅਖੰਡ ਪਾਠ ਵੀ ਰੱਖ ਲਓ, ਤੁਸੀਂ ਵੀ ਚੱਲੋ। ਜਿਹੜੇ ਨਗੋਰੇ ਸੇ ਨਹੀਂ ਮੰਨਦੇ ਸੀ ਨਾ, ਉਹ ਕਹਿੰਦੇ ਅਖੰਡ ਪਾਠਾਂ ਨਾਲ ਕਦੇ ਮੀਂਹ ਪਿਆ? ਮੀਂਹ ਨਹੀਂ ਪੈ ਸਕਦਾ। ਕਹਿੰਦੇ ਐਵੇਂ ਤੁਹਾਨੂੰ ਪਿੰਡ ਦਾ ਉਹ ਬੱਗਾ ਸੋ ਸੀ ਉਹਨਾਂ ਦਾ ਪਿਤਾ ਜੀ, ਉਹਦਾ ਨਾਂ, ਕਹਿੰਦੇ ਉਹ ਮੁੰਡੇ ਨੇ ਐਵੇਂ ਕਹਿਤਾ ਤੁਹਾਨੂੰ ਬਾਬਾ ਈਸ਼ਰ ਸਿੰਘ ਨੇ, ਤੇ ਕਹਿੰਦੇ ਅਖੰਡ ਪਾਠ ਕਰਾਓ। ਬਾਬਾ ਨੂੰ ਜਾ ਕੇ ਦੱਸਿਆ ਨਾਨਕ ਸਰ, ਬਾਬਾ ਜੀ ਕਹਿੰਦੇ ਕੋਈ ਨਹੀਂ, ਅਸੀਂ ਆਉਂਦੇ ਹਾਂ ਉੱਥੇ, ਤੇ ਤੁਸੀਂ ਪ੍ਰਬੰਧ ਕਰੋ। ਤੇ ਝੋਲਡੀ ਵਿੱਚ ਦੀਵਾਨ ਸ਼ੁਰੂ ਹੋ ਗਏ। ਦੀਵਾਨ ਜਦੋਂ ਅਖੰਡ ਪਾਠ ਹੋਇਆ ਨਾ, ਭੋਗ ਪਿਆ, ਆਸਾ ਦੀ ਵਾਰ ਲਾਈ ਪਹਿਲਾਂ, ਤੇ ਉਸ ਟਾਈਮ 'ਤੇ ਸਾਧ ਸੰਗਤ, ਸ਼ਾਮ ਨੂੰ ਵੀ ਆਸਾ ਕੀਰਤਨ ਹੋਇਆ। ਬਾਬਾ ਜੀ ਰਾਗੀ ਕੀਰਤ ਨੂੰ ਕਹਿੰਦੇ, ਕੀਰਤਿਆਂ ਜੇਠ ਦਾ ਮਹੀਨਾ ਸੀ, ਆ ਕੇ ਭੈਣੇ ਨਹੀਂ ਸਾਵਣ ਆਇਆ, ਮੋਰੀ ਰੋਣ ਚੁਣ ਲਾਇਆ, ਪੰਗਤੀ ਹੈ ਗੁਰਬਾਣੀ ਵਿੱਚ ਸ਼ਬਦ ਹੈ, ਤੇ ਉਹ ਲਾਇਆ ਕੀਰਤ ਨੇ। ਤੇ ਜਦੋਂ ਸ਼ਬਦ ਲਾਇਆ, ਜਿਹੜੇ ਨਗੋਰੇ ਬੰਦੇ ਸੀ ਉਹ ਕਹਿੰਦੇ ਲੈ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਮਹੀਨਾ ਜੇਠ ਦਾ, ਕਹਿੰਦੇ ਸਾਵਣ ਆਇਆ।
ਸਾਵਣ ਕਿੱਥੋਂ ਆਇਆ, ਬੱਦਲ ਤਾਂ ਕੋਈ ਹੈ ਹੀ ਨਹੀਂ ਇੱਥੇ। ਜਦੋਂ ਅੱਧੀ ਰਾਤ ਹੋਈ ਨਾ, ਗੱਜਿਆ ਤੇ ਗੁਰਮੁਖੋਂ ਮੀਂਹ ਪੈਣ ਲੱਗ ਗਿਆ। ਮੀਂਹ ਤੇ ਜਦੋਂ ਭੋਗ ਪਿਆ ਨਾ ਦਿਨੇ ਆਏ, ਸੰਗਤ ਇਕੱਠੀ ਹੋਈ, ਬਹੁਤ ਮੀਂਹ ਪਈ ਜਾਵੇ, ਤੇ ਦਿਨੇ ਵੀ ਲਾਤਾ। ਕੀਰਤਨ ਵਿੱਚ ਆਰਤੀ ਤੋਂ ਬਾਅਦ ਭੈਣੇ ਨਹੀਂ ਸਾਵਣ ਆਇਆ, ਮੋਰੀ ਰੋਣ ਚੁਣ ਲਾਇਆ। ਕੁਛ ਧੌਣ ਚੋਂ ਕਿੱਲੇ ਨਿਕਲੇ ਉਹਨਾਂ ਲੋਕਾਂ ਦੇ ਪਿੰਡ ਦਿਆਂ ਦੇ, ਵੀ ਇਹ ਤਾਂ ਸਾਵਣ ਹੀ ਬਣਾਤਾ। ਮੀਂਹ ਪੈਣ ਲੱਗ ਗਿਆ ਤੇ ਸਾਸ ਮੀਂਹ ਫਿਰ ਪੈਂਦਾ ਹੀ ਰਿਹਾ। ਅਖੰਡ ਪਾਠ ਹੋ ਰੱਖ ਲਿਆ। ਸੰਗਤਾਂ ਨੇ ਕਿਹਾ ਬਾਬਾ ਜੀ ਰਹੋ। ਜਿਹੜੇ ਪ੍ਰੇਮੀ ਸੀ ਚੰਗੇ ਪੁਰਾਣੇ, ਜਿਨ੍ਹਾਂ ਨੂੰ ਪਤਾ ਸੀ ਬਾਬਾ ਆਨੰਦ ਸਿੰਘ ਦੀ ਸੇਵਾ ਕੀਤੀ ਹੈ, ਤੇ ਨਹੀਂ ਪਿੰਡ ਦਾ ਹਰੇਕ ਮੰਨਦਾ ਨਹੀਂ ਹੈ। ਕਹਿੰਦੇ ਗੁਆਂਢੀ ਤੇ ਪਿੰਡ ਦਾ ਬੰਦਾ, ਇਹ ਕਹਿੰਦੇ ਛੇਤੀ ਪਾਰ ਨਹੀਂ ਹੁੰਦੇ। ਕਹਿੰਦੇ ਬਹੁਤ ਔਖੀ ਗੱਲ ਹੈ। ਇੱਕ ਕਹਿੰਦੇ ਘਰ ਦਾ ਬੰਦਾ ਭਾਵਨਾ ਘੱਟ ਵੱਜਦੀ ਹੈ ਘਰ ਦੇ ਬੰਦੇ ਦੀ, ਤੇ ਇੱਕ ਸਾਧ ਸੰਗਤ ਗੁਆਂਢੀ ਤੇ ਰਿਸ਼ਤੇਦਾਰ, ਇਹ ਘੱਟ ਤਰਦੇ ਹੈ। ਪਰ ਜੇ ਉਹਦੀ ਮਿਹਰ ਹੋਵੇ ਫਿਰ ਡੁੱਬਦੇ ਵੀ ਨਹੀਂ ਹੈ, ਫਿਰ ਤਰ ਜਾਂਦੇ ਆ। ਜੇ ਉਹਦੀ ਮਿਹਰ ਹੋਵੇ, ਭਾਵਨਾ ਦੀ ਗੱਲ ਹੈ, ਗੱਲ ਮੁੱਲ ਭਾਵਨਾ ਦਾ ਪੈਣਾ। ਜੇ ਭਾਅ ਬਣ ਗਿਆ ਤਾਂ ਸੌਦਾ ਮਿਲ ਗਿਆ, ਜੇ ਭਾਵ ਨਾ ਬਣਿਆ ਤਾਂ ਸੌਦਾ ਨਾ ਮਿਲਿਆ। ਕੋਈ ਬੰਦਾ ਵੀ ਹੈ, ਭਾਵਨਾ ਦੀ ਗੱਲ ਹੈ। ਇਸ ਕਰਕੇ ਸਾਧ ਸੰਗਤ ਬਾਬਾ ਜੀ ਨੇ ਜਦੋਂ ਅਗਲਾ ਦਿਨ ਹੋਇਆ ਨਾ, ਤੇ ਆਸਾ ਦੀ ਵਾਰ ਚਲਾਤਾ, ਭੈਣੇ ਰੁਣ ਚੁਣ ਲਾਇਆ। ਜੇ ਦੂਜਾ ਪਾਠ ਰੱਖਿਆ ਤੇ ਪਾਣੀ ਬਹੁਤ, ਛੱਪੜ ਚੜ੍ਹ ਗਿਆ, ਪਿੰਡ ਨੂੰ ਪਾਣੀ ਆ ਗਿਆ। ਪਿੰਡ ਨੂੰ ਤੇ ਕੱਚੇ ਘਰ ਹੁੰਦੇ ਸੀ ਉਦੋਂ, ਕੱਚੇ। ਤੇ ਉਹ ਟਾਈਮ ਤੇ ਦੂਜੇ ਬੰਦੇ ਜਿਹੜੇ ਨਗੁਰੇ ਜਿਹੇ ਸੀ ਨਾ, ਸਾਰੇ ਇਕੱਠੇ ਹੋ ਕੇ ਆਏ, ਠਾਠ ਦੇ ਵਿੱਚ ਆਏ ਉਹ।